ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ NRI ਵਰਡ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਆਸ਼ਿਮਾ ਸਹਾਨੀ, ਡਿਪਾਰਟਮੈਂਟ ਆਫ ਪੋਲਿਟਿਕਸ ਤੋਂ ਨੇ, ਇਹ ਕੰਨਿਆ ਮਹਾਵਿਦਿਆਲਿਆ ਜਲੰਧਰ ਤੋਂ। ਸੋ ਇਹਨਾਂ ਦੀ ਜੋ ਐਕਸਪਰਟੀਜ਼ ਹੈ ਉਹ ਹੈ ਪੋਲੀਟੀਕਲ ਸਿਨੈਰੀਓਜ਼ ਐਂਡ ਇਕਨੋਮਿਕ ਫੀਲਡ। ਸੋ ਅੱਜ ਅਸੀਂ ਜੋ ਗੱਲਬਾਤ ਕਰਾਂਗੇ ਉਹ ਇਸੇ ਨਾਲ ਰਿਲੇਟਡ ਹੈ। ਸਭ ਤੋਂ ਪਹਿਲਾਂ ਤਾਂ ਵੈਲਕਮ ਟੂ ਦਾ ਸ਼ੋ ਮੈਮ। ਥੈਂਕ ਯੂ ਜੀ, ਥੈਂਕ ਯੂ। ਸੋ G20 ਸਮਿਟ ਹੁਣੇ ਮੁੱਕੀ ਹੈ ਔਰ ਸਾਰਿਆਂ ਦੀ ਅਟਰੈਕਸ਼ਨ ਰਹੀ ਹੈ ਕਿਉਂਕਿ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਸਭ ਤੋਂ ਵੱਡਾ ਈਵੈਂਟ ਹੋਇਆ ਹੈ। ਸੋ ਇਹਦੇ ਵਿੱਚ ਕਈ ਗੱਲਾਂ ਕੀਤੀਆਂ ਵੀ ਗਈਆਂ, ਕਈ ਗੱਲਾਂ ਸਾਹਮਣੇ ਵੀ ਆਈਆਂ, ਪਰ ਅਸੀਂ ਇਹ ਸਾਰੇ ਜਾਣਦੇ ਹਾਂ ਕਿ ਜੋ ਗੱਲਾਂ ਸਾਹਮਣੇ ਆਉਂਦੀਆਂ ਨੇ ਉਹਦੇ ਪਿੱਛੇ ਕੁਝ ਹੋਰ ਹੁੰਦਾ ਹੈ। ਹਾਂਜੀ, ਐਕਚੁਅਲ ਤਸਵੀਰ ਕੁਝ ਹੋਰ ਦਿਖਾਈ ਜਾਂਦੀ ਹੈ, ਪਰ ਜੋ ਉਹਦੀ ਐਕਚੁਅਲਿਟੀ ਹੈ ਬਿਹਾਈਂਡ ਦ ਕੈਮਰਾ ਉਹ ਕੁਝ ਹੋਰ ਹੁੰਦਾ ਹੈ। ਉਹ ਚੀਜ਼ ਨਹੀਂ ਹੁੰਦੀ ਕਿਉਂਕਿ ਕੁਝ ਦਿਖਾਣਾ ਅਲੱਗ ਹੈ ਔਰ ਅਸਲੀਅਤ ਕੁਝ ਹੋਰ ਹੈ, ਜਿਹਨੂੰ ਆਪਾਂ ਸਿੱਧੀ ਸਾਦੀ ਭਾਸ਼ਾ 'ਚ ਕਹੀਏ ਹਾਥੀ ਕੇ ਦਾਂਤ ਖਾਣੇ ਕੇ ਔਰ ਦਿਖਾਣੇ ਕੇ ਹੋਰ। ਸੋ ਜਿਹੜੇ ਖਾਣ ਦੇ ਦੰਦ ਨੇ ਉਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ, ਦਿਖਾਣ ਦੇ ਦੰਦ ਤਾਂ ਸਭ ਨੇ ਦੇਖ ਹੀ ਲਏ ਨੇ। ਸੋ ਇਹਦੇ ਵਿੱਚ ਆਪਾਂ 3-4 ਚੀਜ਼ਾਂ ਲਵਾਂਗੇ। ਇੱਕ ਤਾਂ ਇਹ ਹੈ ਕਿ ਜੋ ਇੰਡੀਆ ਦਾ ਤੇ ਅਮਰੀਕਾ ਦਾ ਰਿਲੇਸ਼ਨ ਕੀ ਬਣੇਗਾ ਉਸ ਤੋਂ ਬਾਅਦ, ਕਿਉਂਕਿ ਆਪਾਂ ਹੁਣ G20 ਤੋਂ ਬਾਅਦ ਦੇ ਜੋ ਹਾਲਾਤ ਪੈਦਾ ਹੋ ਰਹੇ ਨੇ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਇੱਕ ਤਾਂ ਜਿਹੜਾ ਇਹ ਸਿਨੈਰੀਓ ਬਣ ਰਿਹਾ ਹੈ, ਇੱਕ ਉਹ ਜੋ ਮੈਂ ਕਿਹਾ ਹੈ ਕਿ ਐਕਚੁਅਲਿਟੀ ਕੀ ਹੈ ਇਹਦੇ ਪਿੱਛੇ। ਆਪਾਂ ਥੋੜ੍ਹੀ ਬਹੁਤ ਵਾਰ ਨੂੰ ਵੀ ਟੱਚ ਕਰਾਂਗੇ, ਯੂਕਰੇਨ ਤੇ ਰਸ਼ੀਆ ਦੀ ਵਾਰ ਹੈ, ਕਾਫੀ ਲੰਬੀ ਹੋ ਚੁੱਕੀ ਹੈ, ਉਹ ਵੀ ਡਿਸਕਸ ਕਰਾਂਗੇ। ਤੇ ਇੱਕ ਆਪਾਂ ਜੋ ਖਾਸ ਸਾਡਾ ਪੁਆਇੰਟ ਰਹੇਗਾ ਅਟਰੈਕਸ਼ਨ ਦਾ, ਉਹ ਹੈ ਕਿ ਇਹ ਸਾਰੀ ਜੋ ਸਮਿਟ ਹੈ ਇਹ ਟ੍ਰੇਡਸ ਦੇ ਨਾਲ ਜੁੜੀ ਹੋਈ ਹੈ, ਇਕਨੋਮਿਕਸ ਦੇ ਨਾਲ ਜੁੜੀ ਹੋਈ ਹੈ, ਕਿਉਂਕਿ ਅੱਜ ਦਾ ਲੀਡਰ ਜੋ ਹੈ ਉਹ ਇਕਨੋਮਿਕ ਲੀਡਰ ਹੈ। ਜੋ ਇਕਨੋਮਿਕ ਲੀਡਰ ਨੰਬਰ 1 ਤੇ ਹੈ ਉਹੀ ਨੰਬਰ 1 ਨੇਸ਼ਨ ਹੈ। ਸੋ ਇਕਨੋਮਿਕਸ ਦੇ ਵਿੱਚੋਂ ਪੈਦਾ ਹੋਣਗੇ ਟ੍ਰੇਡਸ ਦੇ ਰਿਲੇਸ਼ਨਸ, ਔਰ ਰਿਲੇਸ਼ਨਸ ਨਾਲ ਬਣੇਗੀ ਗਲੋਬਲਾਈਜੇਸ਼ਨ, ਵੈਸਟਰਨਾਈਜੇਸ਼ਨ ਨੂੰ ਆਪਾਂ ਕਹਿ ਸਕਦੇ ਹਾਂ ਕਿ ਸਾਰੇ ਦੇਸ਼ ਕਿਵੇਂ ਇਕੱਠੇ ਬਣਨਗੇ। ਤੇ ਸਾਰੇ ਦੇਸ਼ ਜਦੋਂ ਇਕੱਠੇ ਬਣਨਗੇ ਤਾਂ ਫਿਰ ਇੱਕ ਥਾਂ ਤੋਂ ਦੂਜੀ ਥਾਂ ਤੇ ਲੋਕ ਜਾਣਗੇ, ਇਮੀਗ੍ਰੈਂਟਸ ਹੋਣਗੇ, ਮਾਈਗ੍ਰੇਟ ਕਰਨਗੇ, ਜਿਵੇਂ ਹਿਸਟਰੀ 'ਚ ਰਿਹਾ ਹੈ। ਕਿਉਂਕਿ ਟ੍ਰੇਡਸ ਐਂਡ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ, ਟ੍ਰੇਡਸ ਐਂਡ ਵਾਰਸ ਮਤਲਬ ਟ੍ਰੇਡਰਸ ਐਂਡ ਇਨਵੇਡਰਸ ਜੋ ਬੇਸ ਰਹਿੰਦਾ ਹੈ ਹਰ ਚੀਜ਼ ਦਾ। ਸੋ ਆਪਾਂ ਇਹ ਤਿੰਨਾਂ ਚੀਜ਼ਾਂ ਨੂੰ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇਹ ਚੀਜ਼ ਥੋੜ੍ਹੀ ਜਿਹੀ ਜਾਣਨਾ ਚਾਹਾਂਗੇ ਟੱਚ ਕਰਨ ਵਾਸਤੇ, ਕਿਉਂਕਿ ਇੱਕ ਟੌਪਿਕ ਸ਼ੁਰੂ ਕਰਨਾ ਹੈ ਕਿ ਜੋ G20 ਹੈ ਇਹਦਾ ਮਕਸਦ ਕੀ ਹੈ, ਮਤਲਬ ਇਹਦਾ ਹੁਣ ਤੱਕ ਦਾ ਸਫ਼ਰ ਕੀ ਹੈ, ਇਹਦੀਆਂ ਆਊਟਕਮਸ ਕੀ ਨੇ, ਇਹਦੀਆਂ ਪ੍ਰਾਪਤੀਆਂ ਕੀ ਨੇ, ਅਚੀਵਮੈਂਟਸ ਕੀ ਨੇ। ਵਾਈ G20? ਆਲਰੇਡੀ UNO ਹੈ ਸਾਡੇ ਕੋਲ, ਹੋਰ ਵੀ ਕਈ ਸਾਡੇ ਕੋਲ ਇੰਸਟੀਟਿਊਸ਼ਨਸ ਨੇ। ਵਾਈ G20? ਨਮਸਕਾਰ ਔਰ ਆਈ ਐਮ ਥੈਂਕਫੁਲ ਟੂ ਯੋਰ ਚੈਨਲ ਫॉर ਪ੍ਰੋਵਾਈਡਿੰਗ ਮੀ ਦਿਸ ਪਲੇਟਫਾਰਮ, ਔਰ ਸਰੋਤਿਆਂ ਦਾ ਵੀ ਮੈਂ ਸਤਿ ਸ਼੍ਰੀ ਅਕਾਲ ਕਰਦੀ ਹਾਂ ਉਹਨਾਂ ਨੂੰ। ਤੁਸੀਂ G20 ਦੇ ਸਫ਼ਰ ਦੀ ਗੱਲਬਾਤ ਕੀਤੀ ਹੋਣੀ ਜੀ ਜਾਂ ਅਸੀਂ ਉਹਦੇ ਬਾਰੇ ਸਾਨੂੰ ਜਾਣਨਾ ਹੋਏਗਾ ਕਿ ਇਹਦੀ ਜਿਹੜੀ ਸ਼ੁਰੂਆਤ ਹੈ ਉਹ ਕਿੱਦਾਂ G7 ਦਾ ਕੀ ਰੋਲ ਸੀ, G8 ਦਾ ਕੀ ਰੋਲ ਸੀ, ਉਹ ਸਾਨੂੰ ਸਾਰਾ ਡਿਸਕਸ ਕਰਨਾ ਪਏਗਾ। ਵੈਰੀ ਬਰੀਫਲੀ ਆਈ ਵਿਲ ਬੀ ਸਮਿੰਗ ਅਪ ਕਿ 1970 ਵਿੱਚ ਇੱਕ ਇਕਨੋਮਿਕ ਡਿਪਰੈਸ਼ਨ ਆਉਂਦਾ ਹੈ। ਇਟ ਕਮਜ਼ ਇਨ ਅਮਰੀਕਾ ਦੇ 'ਚ ਅਗਰ ਆ ਰਿਹਾ ਤਾਂ ਪੂਰੀ ਦੁਨੀਆ 'ਚ ਵੀ ਨੈਚੁਰਲੀ ਉਹਦਾ ਅਸਰ ਹੁੰਦਾ ਹੈ ਜੀ। ਔਰ ਉਹਨਾਂ ਦੇ ਜਿਹੜੇ ਫਾਈਨੈਂਸ ਮਿਨਿਸਟਰਸ ਹੈ ਔਰ ਜਿਹੜੀਆਂ ਡਿਵੈਲਪਡ ਕੰਟਰੀਜ਼ ਹੈ ਉਹ ਸਾਰੇ ਮਿਲ ਕੇ ਬੈਠ ਕੇ ਸੋਚਦੇ ਹੈ ਕਿ ਇਹਦਾ ਵੇ ਆਊਟ ਕੀ ਹੈ। ਐਂਡ ਦੇ ਐਂਡ ਅਪ ਫਾਰਮਿੰਗ G7, ਇਹ ਗਰੁੱਪ ਆਫ ਕੰਟਰੀਜ਼ ਡਿਵੈਲਪਡ ਇਕੋਨਮੀਜ਼, ਠੀਕ ਹੈ। ਐਂਡ ਫਿਰ 1990 'ਚ ਰਿਅਲਾਈਜ਼ ਕੀਤਾ ਜਾਂਦਾ ਹੈ ਕਿ ਮਾਰਕੀਟਸ ਜਿਹਨੂੰ ਅਸੀਂ ਪੰਜਾਬੀ 'ਚ ਅਸੀਂ ਮੰਡੀਆਂ ਕਹਿੰਦੇ ਹਾਂ, ਮੰਡੀਆਂ ਬਹੁਤ ਵੱਧ ਗਈਆਂ ਨੇ, ਮਾਰਕੀਟ ਬਹੁਤ ਵੱਧ ਗਈ ਹੈ। ਇਹਨੂੰ ਕਿੱਦਾਂ ਹਾਰਨੈਸ ਕੀਤਾ ਜਾਵੇ, ਇਹਦਾ ਫਾਇਦਾ ਕਿੱਦਾਂ ਉਠਾਇਆ ਜਾਵੇ। ਯੈਸ। ਪਰ ਸਾਡੇ ਕੋਲ ਉਸ ਟਾਈਮ ਕੋਈ ਇੰਨਾ ਬ੍ਰੈਟਨ ਵੁਡਸ ਫੇਲ ਹੋ ਗਿਆ ਸੀਗਾ ਅਤੇ ਸਾਡੇ ਕੋਲ ਕੋਈ ਇੰਨਾ ਵਧੀਆ ਫਰੇਮਵਰਕ ਨਹੀਂ ਸੀਗਾ। ਅਤੇ ਫਿਰ 1999 'ਚ ਇਹ ਕੋਸ਼ਿਸ਼ ਕੀਤੀ ਗਈ ਕਿ ਚਲੋ ਅਸੀਂ ਇੱਕ G7 ਮੁਲਕਾਂ ਦਾ ਗਰੁੱਪ ਅਸੀਂ ਬਣਾਉਂਦੇ ਹਾਂ ਔਰ G7 ਦੇ ਵਿੱਚ ਕੁਝ ਹੋਰ ਮੁਲਕ ਅਸੀਂ ਐਡ ਕਰਦੇ ਹਾਂ, ਠੀਕ ਹੈ। ਕਿਉਂਕਿ ਇਹ ਮਹਿਸੂਸ ਕੀਤਾ ਗਿਆ ਕਿ ਜਿਹੜੇ G7 ਹੈ, G7 ਇਜ਼ ਨਾਟ ਰਿਪਰੈਜ਼ੈਂਟਿੰਗ ਹੋਲ ਆਫ ਦੀ ਵਰਲਡ। ਇਹਨੂੰ ਸਪਲੀਮੈਂਟ ਕੀਤਾ ਜਾਣਾ ਚਾਹੀਦਾ ਬਾਏ ਮੇਕਿੰਗ ਅਦਰ ਨੇਸ਼ਨਸ ਟੂ ਐਂਟਰ ਇਨਟੂ ਦਿਸ। ਅਤੇ ਇੱਥੇ ਸਾਡੇ G20 ਦੀ ਫਾਰਮੇਸ਼ਨ ਹੁੰਦੀ ਹੈ। 99 'ਚ ਇਹਦੀ ਫਾਰਮੇਸ਼ਨ ਹੋ ਜਾਂਦੀ ਹੈ ਔਰ ਅੱਜ ਇਹ 80% ਆਫ ਪਾਪੂਲੇਸ਼ਨ ਨੂੰ ਰਿਪਰੈਜ਼ੈਂਟ ਕਰ ਰਿਹਾ, 90% GDP ਨੂੰ ਰਿਪਰੈਜ਼ੈਂਟ ਕਰ ਰਿਹਾ ਔਰ ਦੁਨੀਆ ਦਾ ਜਿਹੜਾ ਲਗਭਗ ਟ੍ਰੇਡ ਹੈ ਜਿਹੜਾ ਇਹ ਸਾਰੇ ਜਿਹੜਾ G20 ਦੇ ਮੁਲਕ ਇਹਨੂੰ ਕਵਰ ਕਰ ਰਿਹਾ। So it has emerged as a very big platform basically to provide economic stability to the world. ਔਰ ਇਕਨੋਮਿਕ ਸਟੇਬਿਲਿਟੀ ਜਿੱਥੇ ਵੀ ਹੋਏਗੀ ਉੱਥੇ ਬਿਜ਼ਨਸ ਗਰੋ ਕਰੇਗਾ ਹੀ ਕਰੇਗਾ, ਕਿਉਂਕਿ ਜਿੱਥੇ ਸ਼ਾਂਤੀ ਹੈ
ਉੱਥੇ ਹੀ ਤਰੱਕੀ ਹੈ Yes. ਔਰ ਜਿੱਥੇ ਖਲਬਲੀ ਮੱਚੀ ਹੋਈ ਹੈ ਉੱਥੇ ਕੋਈ ਇਨਵੈਸਟਰ ਨਹੀਂ ਆਏਗਾ ਕਿਉਂਕਿ ਤੁਹਾਨੂੰ ਸ਼ਿਓਰਿਟੀ ਨਹੀਂ ਹੈ, ਮਨੀ ਦੀ ਗਾਰੰਟੀ ਨਹੀਂ ਹੈ। ਸੋ ਇਹ ਬੇਸਿਕਲੀ ਇੱਕ ਇਕਨੋਮਿਕ ਪਲੇਟਫਾਰਮ ਹੈ, ਯੈਸ, ਇਕਨੋਮਿਕ ਸਟੇਬਿਲਿਟੀ ਲਿਆਉਣ ਲਈ। ਸਟੇਬਿਲਿਟੀ ਵਾਸਤੇ, ਜਿਹਨੂੰ ਆਪਾਂ ਇਕਨੋਮਿਕ ਸਮਿਟ ਵੀ ਕਹਿ ਸਕਦੇ Yes. ਹਾਂ। ਸੋ ਇਹਦੇ ਵਿੱਚੋਂ ਹੀ ਰਿਲੇਸ਼ਨਸ ਪੈਦਾ ਹੋਣਗੇ ਕਿਉਂਕਿ ਇੱਕ ਦੇਸ਼ ਦੂਜੇ ਦੇਸ਼ ਨੂੰ ਕੀ ਫਾਇਦਾ ਪਹੁੰਚਾ ਸਕਦਾ ਔਰ ਦੋਵੇਂ ਦੇਸ਼ਾਂ ਦੀ ਵਿਨ-ਵਿਨ ਸਿਚੁਏਸ਼ਨ ਕੀ ਹੋ ਸਕਦੀ ਹੈ, ਦੋਵਾਂ ਦਾ ਟ੍ਰੇਡ ਬਿਜ਼ਨਸ ਕਿੱਦਾਂ ਇਕੱਠੇ ਗਰੋ ਕਰ ਸਕਦਾ ਹੈ। ਦੈਟ ਇਜ਼ ਦ ਬੇਸਿਸ ਆਫ ਦਿਸ G20 ਸਮਿਟ। ਸੋ ਆਪਾਂ ਇਸ ਤੋਂ ਅੱਗੇ ਵਧਦੇ ਹਾਂ ਕਿਉਂਕਿ ਆਪਾਂ ਇਹ ਸਾਰੇ ਜਾਣਦੇ ਹਾਂ ਕਿ ਇਕਨੋਮੀ ਇਕੱਲੀ ਸਰਵਾਈਵ ਨਹੀਂ ਕਰਦੀ, ਪੋਲਿਟਿਕਸ ਨਾਲ ਚੱਲਦਾ। ਇਟ ਇਜ਼ ਆਲਵੇਜ਼ ਪੋਲੀਟੀਕਲ ਇਕਨੋਮੀ। Yes. ਸੋ ਟ੍ਰੈਡੀਸ਼ਨਲੀ ਆਪਾਂ ਇਹ ਮੰਨਦੇ ਹਾਂ ਕਿ ਇਕਨੋਮਿਕਸ ਪਲੱਸ ਐਥਿਕਸ ਯੈਸ, plus politics, then it becomes ਐਥਿਕਸ ਤੁਸੀਂ ਪਲੱਸ ਕਰੀ ਜਾ ਰਹੇ ਹੋ ਨਾ। political economy. ਹਾਂ, Ethics, why ethics? ਐਕਚੁਅਲੀ ਮਾਈਨਸ ਹੋਏ ਹੈ। Yes, ਕਿਉਂਕਿ ਆਪਾਂ ਦੋ ਚੀਜ਼ਾਂ ਮੰਨਦੇ ਆ ਨਾ, ਕੈਪੀਟਲਿਜ਼ਮ ਐਂਡ ਸੋਸ਼ਲਿਜ਼ਮ। ਹਾਂਜੀ। ਕੈਪੀਟਲਿਜ਼ਮ ਦਿੱਤਾ ਹੈ ਐਡਮ ਸਮਿਥ, ਉਹ ਵੀ ਐਥਿਕਸ ਦੇ ਉੱਤੇ ਬੇਸਡ ਆ, Yes. ਜੋ ਐਕਚੁਅਲ ਕੈਪੀਟਲਿਜ਼ਮ ਹੈ, ਔਰ ਮਾਰਕਸਿਜ਼ਮ ਤਾਂ ਹੈ ਹੀ ਐਥਿਕਸ ਦੇ ਉੱਤੇ ਪਰ ਬੇਸਡ। ਇਦਾਂ ਨਾ ਆਮ ਦੁਨੀਆ ਦੇ ਐਥਿਕਸ That's ਉਹ ਮਿਸ ਹੋ ਰਿਹਾ ਹੈ ਨਾ। ਯੈਸ, ਉਹਦੇ ਉੱਤੇ ਕੁਐਸਚਨ ਮਾਰਕ ਲੱਗਾ ਹੋਇਆ। ਉਹ ਐਥਿਕਸ ਬਾਰੇ ਗੱਲ ਕਰਾਂਗੇ, ਤਾਂ ਹੀ ਮੈਂ ਸਟਾਰਟਿੰਗ ਕੀਤੀ ਹੈ ਨਾ। ਮਾਰਕਸ ਨੇ ਆਪਣੇ ਐਥਿਕਸ ਦੇਤੇ, ਕੈਪੀਟਲਿਸਟ ਨੇ ਆਪਣੇ ਦੇਤੇ, ਲੇਕਿਨ ਜਿਹੜੀ ਆਮ ਜਨਤਾ ਹੈ, ਜਿਹੜੀ ਫੀਲਡ 'ਚ ਬੈਠ ਕੇ ਜਿਹੜੀ ਰੋਜ਼ ਜਿਹੜਾ ਫੇਸ ਕਰ ਰਹੀ ਹੈ, ਉਹਦੇ ਐਥਿਕਸ। ਹਾਂ, ਉਹ ਕਹਿ ਰਹੇ ਨੇ ਸਕਸੈਸ ਐਟ ਐਨੀ ਕਾਸਟ। ਤਾਂ ਹੀ ਮੈਂ ਕਹਿ ਰਿਹਾ ਨਾ, ਜਿਹੜੇ ਹਾਥੀ ਦੇ ਦੰਦ ਖਾਣ ਦੇ ਹੋਰ, ਜਿਹੜੇ ਦਿਖਾਣ ਦੇ ਦੰਦ ਨੇ ਉਹ ਹੋਰ ਨੇ। ਹੁਣ ਆਪਾਂ ਖਾਣ ਦੇ ਦੰਦਾਂ ਦੀ ਗੱਲ ਕਰਦੇ ਹਾਂ। ਸੋ economy plus ethics plus politics, then it becomes political economy. ਸੋ ਇਹਦੇ ਵਿੱਚ ਐਥਿਕਸ ਬਹੁਤ ਡਿਸਕਸ ਹੋਏ ਨੇ ਔਰ ਹਮੇਸ਼ਾ ਤੋਂ ਹੀ ਡਿਸਕਸ ਹੁੰਦੇ ਰਹੇ ਨੇ ਕਿ ਇੱਕ ਫੇਅਰ ਟ੍ਰੇਡ ਹੋਏਗਾ। ਆਫ ਕੋਰਸ ਫ੍ਰੀ ਮਾਰਕੀਟ ਇਜ਼ ਦੇਅਰ, ਲੇਕਿਨ ਉਹਦੇ ਐਥਿਕਸ ਨੇ। ਪਰ ਅਸੀਂ ਦੇਖਦੇ ਹਾਂ ਪ੍ਰੈਕਟੀਕਲੀ ਉਹ ਚੀਜ਼ ਨਹੀਂ ਹੁੰਦੀ। ਸੋ ਆਪਾਂ ਇਸ ਨੂੰ ਆਪਾਂ ਸਾਹਮਣੇ ਰੱਖ ਕੇ ਚੱਲਦੇ ਹਾਂ ਕਿ ਜੋ ਵਰਲਡ ਦਾ ਸਿਨੈਰੀਓ ਹੈ, ਪੋਲਿਟਿਕਸ ਦੇ ਉੱਤੇ ਇਹਦਾ ਕੀ ਅਸਰ ਹੋਣ ਵਾਲਾ ਹੈ ਇਸ ਵਕਤ, ਜੋ ਜੀਓ ਪੋਲਿਟਿਕਸ ਆ। ਬਹੁਤ ਹੀ ਐਕਚੁਅਲੀ G20 ਜਿਹੜੀ ਹੁਣ ਹੋ ਕੇ ਹਟਿਆ ਸਮਿਟ, ਇੰਨੇ ਆਉਣ ਵਾਲੇ ਜਿਹੜੇ ਘੱਟੋ ਘੱਟ 5-6 ਸਾਲ ਦੇ ਜੀਓ ਪੋਲਿਟਿਕਸ ਨੂੰ ਤਾਂ ਇਹਨੇ ਜ਼ਰੂਰ ਡਿਫਾਈਨ ਕੀਤਾ ਹੈ ਔਰ ਕਰਨਗੇ। ਜੀ ਜੀ। ਨੰਬਰ 1, ਸਭ ਤੋਂ ਪਹਿਲੇ ਇਹਨੂੰ ਐਕਚੁਅਲੀ ਇਸ ਸਵਾਲ ਨੂੰ ਅਸੀਂ ਨਾ ਦੋ ਹਿੱਸਿਆਂ 'ਚ ਅੰਡਰਸਟੈਂਡ ਕਰ ਸਕਦੇ ਹਾਂ। ਸਭ ਤੋਂ ਪਹਿਲੇ ਗਲੋਬਲ ਲੈਵਲ 'ਤੇ ਇਹਦਾ ਕੀ ਅਸਰ ਹੋਇਆ ਔਰ ਫਿਰ ਇੰਡੀਆ ਲੈਵਲ 'ਤੇ ਕੀ ਹੋਇਆ। ਸ਼ੋਰ। ਹੁਣ ਗਲੋਬਲੀ ਜੇ ਅਸੀਂ ਸ਼ੁਰੂ ਕਰਦੇ ਹਾਂ ਤਾਂ ਗਲੋਬਲਾਈਜੇਸ਼ਨ ਜਾਂ ਸਾਡੀ ਗਲੋਬਲ ਪੋਲਿਟਿਕਸ ਸਟਾਰਟਸ ਫਰੋਮ USA। ਸਭ ਤੋਂ ਪਹਿਲੇ ਅਸੀਂ USA ਦਾ ਦੇਖਦੇ ਕਿ ਇਸ G20 'ਚ USA ਦਾ ਕੀ ਗੇਨ ਹੋਇਆ, USA ਨੇ ਕੀ ਸੁਨੇਹਾ ਦਿੱਤਾ, USA ਨੇ ਜੋ ਵੀ ਸੁਨੇਹਾ ਦਿੱਤਾ ਉਹਦਾ ਅਸਰ ਕੀ ਹੋਏਗਾ। ਬੀਇੰਗ ਦ ਵਰਲਡ ਲੀਡਰ। ਯੈਸ, ਬੀਇੰਗ ਦੀ ਵਰਲਡ ਲੀਡਰ। ਨੰਬਰ 1, ਆਫਟਰ SCO ਜਿਹੜੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ ਹੋਈ ਸੀਗੀ, ਉਸ ਤੋਂ ਬਾਅਦ ਜਿਹੜਾ G20 ਹੈ, ਇਹ ਇੱਕ ਬਹੁਤ ਵੱਡੇ ਲੈਵਲ ਦਾ ਸਮਿਟ ਹੋਇਆ, ਇੰਡੋਨੇਸ਼ੀਆ 'ਚ ਹੋਇਆ ਹੈ। ਔਰ ਇੱਥੇ ਇਸ ਸਮਿਟ ਹੋਣ ਤੋਂ ਪਹਿਲੇ ਵੀ ਨਾ, ਪਹਿਲੇ ਹੀ ਸਟਾਰਟ ਹੋਣ ਤੋਂ ਪਹਿਲੇ ਹੀ ਚਾਈਨਾ ਦੇ ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕਰਦੇ ਨੇ ਬਾਈਡਨ ਜੀ। ਕਈ ਵਾਰੀ ਨਾ ਉਹ ਇਵੈਂਟ ਇੰਨਾ ਸਟਰੋਂਗ, ਇਵੈਂਟ ਤਾਂ ਸਟਰੋਂਗ ਹੁੰਦਾ ਹੀ ਹੁੰਦਾ, ਬਟ ਜਿਹੜੀ ਉਹਦੇ ਸਾਈਡ ਲਾਈਨਸ ਹੁੰਦੀਆਂ ਨਾ, ਉਹ ਜ਼ਿਆਦਾ ਡੋਮੀਨੇਟ ਕਰ ਜਾਂਦੀਆਂ। ਅਤੇ ਇਹਦੀ ਸਾਈਡ ਲਾਈਨ ਇਹੀ ਸੀਗੀ ਕਿ ਜਿਹੜੇ ਅਮਰੀਕਨ ਬਾਈਡਨ ਪ੍ਰੈਜ਼ੀਡੈਂਟ ਸੀਗੇ, ਉਹਨਾਂ ਨੇ ਹੀ ਹੈਡ ਅ ਚੈਟ ਵਿਦ ਸ਼ੀ ਜਿਨਪਿੰਗ ਔਰ ਉਹਨਾਂ ਨੇ ਕਾਫੀ ਆਪਣੇ ਮਸਲੇ ਹੱਲ ਕੀਤੇ। ਹੁਣ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਇੱਕ ਖਤਮ ਹੋ ਚੁੱਕੀ ਸੀ ਵਾਰਤਾਲਾਪ, ਜਦੋਂ ਇਹਨਾਂ ਦੇ ਜਿਹੜੇ ਫੋਰਨ ਮਿਨਿਸਟਰ ਸੀ ਨੈਂਸੀ ਪੈਲੋਸੀ ਜਿਹੜੀ ਸੀ, ਵੈਨ ਸ਼ੀ ਵੈਂਟ ਟੂ ਤਾਇਵਾਨ, ਉਸ ਤੋਂ ਬਾਅਦ ਇਹਨਾਂ ਦਾ ਬਿਲਕੁਲ ਖਤਮ ਹੋ ਚੁੱਕਿਆ ਸੀ। ਇੱਕ ਤਾਂ ਉਹ ਇਹਨਾਂ ਦੀ ਰੀਸਟਾਰਟ ਹੋ ਗਿਆ ਆਪਸ 'ਚ ਡਾਇਲੌਗ। ਨੰਬਰ 2, ਜਦੋਂ ਦੇ ਪ੍ਰੈਜ਼ੀਡੈਂਟ ਬਣੇ ਹੈ, ਹੀ ਇਜ਼ ਮੀਟਿੰਗ ਸ਼ੀ ਜਿਨਪਿੰਗ ਫॉर द ਫਰਸਟ ਟਾਈਮ। ਹਾਲਾਂ ਪਹਿਲੇ ਮਿਲ ਚੁੱਕੇ ਹੋਏ ਹੈ, ਬਟ ਐਜ਼ ਅ ਪ੍ਰੈਜ਼ੀਡੈਂਟ ਹੀ ਮੈਟ ਫॉर द ਫਰਸਟ ਟਾਈਮ। ਅਤੇ ਇਹਨਾਂ ਦੇ ਵਿੱਚ ਆਈਜ਼ ਬ੍ਰੇਕਿੰਗ ਕਾਫੀ ਹੋ ਗਈ ਹੈ, ਮਤਲਬ ਜੋ ਦਰਵਾਜ਼ੇ ਬੰਦ ਕਰਤੇ ਸੀ ਇਹਨਾਂ ਨੇ ਇੱਕ ਦੂਜੇ ਲਈ, ਉਹ ਹੁਣ ਇਹਨਾਂ ਨੇ ਥੋੜ੍ਹਾ ਜਿਹਾ ਉਹਨੂੰ ਲਾਈਟਨ ਅਪ ਕਰ ਦਿੱਤਾ। ਨਾਲ ਹੀ ਨਾਲ ਅਮਰੀਕਾ ਨੇ ਇਹ ਵੀ ਸੁਨੇਹਾ ਦਿੱਤਾ ਕਿ ਵੀ ਆਰ ਨਾਟ ਇਨ ਕੌਨਫਲਿਕਟ ਬਟ ਇਨ ਕੰਪੀਟੀਸ਼ਨ। ਓਕੇ। ਦੂਸਰਾ ਨਾਲ ਉਹਨਾਂ ਨੇ ਸੁਨੇਹਾ ਇਹ ਦਿੱਤਾ ਕਿ ਨਿਊਕਲੀਅਰ ਵਾਰ ਤੋਂ ਤਾਂ ਸਾਨੂੰ ਬਹੁਤ ਤੌਬਾ ਕਰਨੀ ਹੈ। ਜਦੋਂ ਨਿਊਕਲੀਅਰ ਵਾਰ ਦੀ ਉਹ ਚਾਈਨਾ ਨਾਲ ਬੈਠ ਕੇ ਗੱਲ ਕਰ ਰਿਹਾ ਹੈ, ਇਹਦਾ ਮਤਲਬ ਇਸ਼ਾਰਾ ਜਾ ਰਿਹਾ ਕੋਰੀਆ ਦੇ ਵੱਲ। ਕਿਉਂਕਿ ਮਤਲਬ ਇਹ ਸਿੱਧੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਇਨ ਡਿਪਲੋਮੈਟਿਕ ਲੈਂਗੁਏਜ ਔਰ ਵਟ ਐਵਰ। ਹੁਣ ਇਹਦੇ ਇੰਪਲੀਕੇਸ਼ਨਸ ਕੀ ਹੋਣਗੇ? ਇਹਦਾ ਇੰਪਲੀਕੇਸ਼ਨ ਇਹ ਹੋਏਗਾ ਕਿ ਚਾਈਨਾ ਨੇ ਇਸ ਦੌਰਾਨ, ਜਦੋਂ US ਨਾਲ ਟੋਟਲੀ ਸ਼ਟ ਆਫ ਸੀ, China was very much, was very much at comfort, giving and, helping out Russians. ਇਹ ਜਿਹੜਾ war ਚੱਲ ਰਿਹਾ, ਹੁਣ ਚਾਈਨਾ ਨੂੰ ਥੋੜ੍ਹਾ ਜਿਹਾ ਸੰਭਲ ਕੇ ਚੱਲਣਾ ਪਏਗਾ ਆਫਟਰ ਦਿਸ ਮੀਟ। ਇੱਕ ਤਾਂ ਇਹ ਹੋ ਸਕਦਾ, ਇਹ ਇੰਪਲੀਕੇਸ਼ਨ ਹੋ ਸਕਦੀ ਹੈ। ਰਸ਼ੀਆ ਦੀ ਜੇ ਅਸੀਂ ਗੱਲ ਕਰਦੇ ਹਾਂ ਜੀ,
Putin did not participate, he did not came here, he did not attended this meeting. ਸਭ ਨੂੰ ਪਤਾ ਕਿਉਂ ਨਹੀਂ ਕੀਤਾ, ਸ਼ੋਰ, ਕਿਉਂਕਿ ਵੈਸਟਰਨ ਕੰਟਰੀਜ਼ ਨੇ ਜਾਂ ਉਹਨਾਂ ਨੇ ਇਹੀ ਕਰਨਾ ਸੀ ਜੀ ਤੁਸੀਂ ਵਾਰ ਕਰ ਰਹੇ ਹੋ, ਤੇ ਉਹਨਾਂ ਦੇ ਫੋਰਨ ਮਿਨਿਸਟਰ ਸੈਕਟਰੀ ਆਏ ਹੈ ਨਾ, ਰਿਪਰੈਜ਼ੈਂਟੇਟਿਵ ਆਏ ਨੇ, ਐਂਡ ਹੀ ਆਲਸੋ ਲੈਫਟ ਕਿ ਮੈਨੂੰ ਬੁਖਾਰ ਹੈ, ਫਿਰ ਫਾਈਨੈਂਸ ਮਿਨਿਸਟਰ ਆ ਗਏ। ਤੇ ਇੱਥੇ ਰਸ਼ੀਆ ਨੇ ਜਿੱਥੇ ਕਿ SCO 'ਚ ਗੇਨ ਕੀਤਾ ਸੀ, ਇੱਥੇ ਜਿਹੜੀ ਵਰਲਡ ਪ੍ਰੈਸ ਹੈ ਜਾਂ ਜਿਹੜਾ ਮੀਡੀਆ ਹੈ ਜਾਂ ਜਿੰਨੇ ਵੀ ਟਾਕ ਸ਼ੋ ਹੈ, ਉਹ ਖਾਸ ਕਰ ਇਹ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਰਸ਼ੀਆ ਇਜ਼ ਅ ਲੂਜ਼ਰ ਇਨ ਦਿਸ। ਠੀਕ ਹੈ, ਹੁਣ ਜੇ ਰਸ਼ੀਆ ਲੂਜ਼ਰ ਹੈ ਤਾਂ ਫਿਰ ਗੇਨ ਕਿੰਨੇ ਕੀਤਾ? ਗੇਨ ਕੀਤਾ ਅਮਰੀਕਾ ਨੇ, ਸ਼ੋਰ, ਠੀਕ ਹੈ, ਗੇਨ ਕੀਤਾ ਚਾਈਨਾ ਨੇ। ਚਾਈਨਾ ਨੇ ਕਿੱਦਾਂ ਗੇਨ ਕੀਤਾ? ਚਾਈਨਾ ਇੱਕ ਵਾਰੀ ਦੁਬਾਰਾ ਵਰਲਡ ਪੋਲਿਟਿਕਸ 'ਚ ਆ ਗਿਆ, ਹਾਲਾਂਕਿ ਉਹ ਆਈਸੋਲੇਟਡ ਸੀ ਕੋਵਿਡ ਤੋਂ ਬਾਅਦ। once again he has come back to the world politics ਜੀ। and if we talk of Americans ਦੇ ਪਿੱਛੇ ਜੇ ਕਾਫੀ ਵੀਕ ਉਹਨਾਂ ਦਾ ਚੱਲ ਰਿਹਾ ਸੀਗਾ, ਰਾਈਟ, ਔਰ ਅਮਰੀਕਾ ਵੀ ਹੁਣ ਇਸ ਕਾਨਫਰੰਸ ਦੇ ਪਲੇਟਫਾਰਮ ਤੋਂ ਥੋੜਾ ਜਿਹਾ ਮਤਲਬ ਅਮਰੀਕਾ ਇਜ਼ ਰੀਗੇਨਿੰਗ ਇਟਸ ਗਲੋਰੀ। ਸ਼ੋਰ, ਉਹ ਆਪਣੀ ਗਲੋਰੀ ਤਾਂ ਰੀਗੇਨ ਕਰ ਰਹੀ ਹੈ, ਪਰ ਨਾਲ ਦੀ ਨਾਲ ਉਹਦੇ ਉੱਤੇ ਜੋ ਦੋਸ਼ ਲੱਗਦੇ ਨੇ, ਸਮ ਟਾਈਮ ਬਲੇਮ ਹੁੰਦਾ ਹੈ ਕਿ ਬਿਕੋਜ਼ ਆਫ ਦਿਸ ਵਾਰ, ਕਿ ਜੋ ਯੂਕਰੇਨ ਤੇ ਰਸ਼ੀਆ ਦਾ ਵਾਰ ਹੈ, ਔਰ ਇਹਦੇ ਵਿੱਚ ਕਿਹਾ ਜਾਂਦਾ ਹੈ ਕਿ ਅਮਰੀਕਾ ਖਾਸ ਰੋਲ ਪਲੇ ਕਰ ਰਿਹਾ ਹੈ ਕਿਉਂਕਿ ਸਪੋਰਟ ਕਰ ਰਿਹਾ ਹੈ ਬਿਲਕੁਲ ਯੂਕਰੇਨ ਨੂੰ। ਵਾਈ ਡੋਂਟ ਦੇ ਸਟਾਪ ਇਟ? ਮਤਲਬ ਇੰਨਾ ਲੰਬਾ, ਇੰਨਾ 6-7 ਮਹੀਨੇ ਹੋ ਗਏ ਨੇ। ਦੇਖੋ ਅੱਜ ਅਮਰੀਕਾ ਕਹਿ ਦੇ ਨਾ ਕਿ ਮੈਂ ਨਹੀਂ ਏੜਦੇ, ਨਹੀਂ ਬਸ मैं अपने टैक्स पेयर का पैसा नहीं देना, तो दूसरा वॉर उससे पल बंद हो जाएगी। रशिया भी स्टॉप हो जाएगा ऑफ कोर्स। जो यूक्रेन ही नहीं लड़ेगा तो फिर ਤੁਹਾਨੂੰ मैं एक बड़ी मज़ेदार गल सुनानी है। ਇਹਦੇ 1100 पेजां ਦਾ ना ਡੈਕਲੇਰੇਸ਼ਨ ਜਦੋਂ ਖਤਮ ਹੋਈ, ਦੇ ਕੇਮ ਆਊਟ ਵਿਦ ਆਲ ਡੈਕਲੇਰੇਸ਼ਨ ਐਂਡ ਐਵਰੀਥਿੰਗ, ਔਰ ਇਹਨਾਂ ਨੇ ਸਾਰਾ ਨੋਟ ਡਾਊਨ ਕੀਤਾ, ਔਰ ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਕਿ ਇਹਨਾਂ ਨੇ ਵਾਰ ਨੂੰ ਕੰਡੈਮ ਕਰਤਾ ਕਿ ਜੀ ਵਾਰ ਬੜੀ ਮਾੜੀ ਚੀਜ਼ ਹੈ, ਵਾਰ ਇੱਦਾਂ ਹੋਣਾ ਚਾਹੀਦਾ। ਮੋਦੀ ਸਾਹਿਬ ਦਾ ਵਰਡ ਐਡ ਕਰ ਦਿੱਤਾ, ਇਟ ਇਜ਼ ਨਾਟ ਈਰਾ ਆਫ ਵਾਰ। ਲੇਕਿਨ ਰਸ਼ੀਆ ਤੇ ਯੂਕਰੇਨ ਨੂੰ ਕੰਡੈਮ ਨਹੀਂ ਕੀਤਾ, ਉਹਨਾਂ ਦੇ ਨਾਮ ਨਹੀਂ ਲਏ ਗਏ, ਨਾ ਰਸ਼ੀਆ ਦਾ ਨਾਮ ਲਿਆ ਗਿਆ ਨਾ ਯੂਕਰੇਨ ਦਾ। ਬਸ ਫੋਰਮ ਬਸ ਇਹ ਕਹਿ ਦਿੱਤਾ ਵਾਰ ਬਹੁਤ ਬੁਰੀ ਹੈ, ਵਾਰ ਚੱਲ ਰਹੀ ਹੈ, ਵਾਰ ਨਾਲ ਨੁਕਸਾਨ ਹੋ ਰਿਹਾ, ਇਕਨੋਮਿਕ ਨੁਕਸਾਨ ਹੋ ਰਿਹਾ। ਤੇ ਮੈਨੂੰ ਤਾਂ ਇਹਨਾਂ ਦਾ ਗੇਮ ਹੀ ਨਹੀਂ ਸਮਝ ਆਉਂਦੀ ਵੀ ਕਿ ਹੋ ਕੀ ਰਿਹਾ, ਵਾਟ ਇਜ਼ ਹੈਪਨਿੰਗ। ਔਰ ਇੱਕ ਸਟੇਟਮੈਂਟ ਆਈ ਹੈ ਕਿ ਇਹਦਾ ਕੋਈ ਕੂਟਨੀਤਿਕ ਹੱਲ ਹੋਣਾ ਚਾਹੀਦਾ। ਵਾਟ ਇਜ਼ ਕੂਟਨੀਤਿਕ ਹੱਲ? ਡਿਪਲੋਮੈਟਿਕ। ਸੋ ਵਾਟ ਇਜ਼ ਡਿਪਲੋਮੈਸੀ? ਇੱਕ ਛੋਟੀ ਜੀ ਉਦਾਹਰਨ ਹੈ, ਇੱਕ ਲੇਡੀ ਆਪਣੇ ਬ੍ਰਦਰਸ ਕੋਲ ਰਹਿੰਦੀ ਕਿਉਂਕਿ ਹਸਬੈਂਡ ਨਹੀਂ ਰਹੇ ਤੇ ਇੱਕ ਬੇਟਾ ਹੈ, ਤੇ ਇਸ ਕਰਕੇ ਡਿਪੈਂਡੈਂਟ ਆਪਣੇ ਬ੍ਰਦਰਸ ਦੇ ਉੱਤੇ। ਤੇ ਜਿਹੜੇ ਮਾਮਾ ਜੀ ਨੇ ਨਾ, ਉਹ ਲੜਕੇ ਨੂੰ, ਆਪਣੇ ਭਾਂਜੇ ਨੂੰ, ਜਿਹੜਾ ਇੱਕੋ ਹੀ ਬੇਟਾ ਇਕਲੌਤਾ, ਹਮੇਸ਼ਾ ਹੀ ਤੂੰ ਕੁਝ ਨਹੀਂ ਕਰ ਸਕਦਾ, ਤੂੰ ਨਲਾਇਕ, ਤੂੰ ਕੁਝ ਨਹੀਂ ਕਰ ਸਕਦਾ। ਉਹ ਵਿਚਾਰਾ ਤੰਗ ਆ ਗਿਆ, ਉਹ ਘਰੋਂ ਹੀ ਨਿਕਲ ਗਿਆ। ਉਹ ਕਿਤੇ ਜਾ ਕੇ ਬੜਾ ਕਾਮਯਾਬ ਹੋ ਗਿਆ, ਬੜਾ ਵੱਡਾ ਬਿਜ਼ਨਸਮੈਨ ਬਣ ਗਿਆ, ਔਰ ਕਾਮਯਾਬ ਹੋ ਕੇ ਜਦੋਂ ਵਾਪਸ ਆਇਆ ਆਪਣੀ ਮਾਂ ਨੂੰ ਲੈਣ ਵਾਸਤੇ ਕਿ ਮਾਮਾ ਜੀ ਕੋਲੋਂ ਹੁਣ ਮੈਂ ਲੈ ਆਵਾਂ, ਤੇ ਮਾਮਾ ਜੀ ਦੇਖਿਆ, ਮੈਨੂੰ ਪਤਾ ਸੀ ਤੂੰ ਕੁਝ ਕਰ ਸਕਦਾ, ਤਾਂ ਹੀ ਤਾਂ ਮੈਂ ਤੈਨੂੰ ਹਮੇਸ਼ਾ ਕਹਿੰਦਾ ਸੀ ਨਿਕਲ ਇੱਥੋਂ, ਨਿਕਲ ਇੱਥੋਂ, ਨਿਕਲ ਇੱਥੋਂ। ਦੈਟਸ ਇਜ਼ ਡਿਪਲੋਮੈਸੀ। ਇਹ ਕੂਟਨੀਤੀ। ਹੁਣ ਇੱਥੇ ਕੂਟਨੀਤੀ ਡਿਪਲੋਮੈਸੀ ਕਿੱਥੋਂ ਫਿੱਟ ਕਰਾਂਗੇ, ਕਿਉਂਕਿ ਜਿੱਥੇ ਹਿਊਮਨ ਲਾਈਫਸ ਜਾ ਰਹੀਆਂ ਨੇ। ਦੇਖੋ, ਤੁਸੀਂ ਜਿਹੜਾ ਮਰਜ਼ੀ ਨਿਊਜ਼ਪੇਪਰ ਚੁੱਕ ਲਓ, ਜਿੰਨੇ ਮਰਜ਼ੀ ਆਰਟੀਕਲਸ ਚੁੱਕ ਲਓ, ਠੀਕ ਹੈ ਜੀ ਜੀ, ਉਹਦੇ 'ਚ ਇਹ ਕਿਹਾ ਜਾ ਰਿਹਾ ਹੈ ਕਿ ਇਸ G20 'ਚ ਵੱਡੀਆਂ ਵੱਡੀਆਂ ਪਾਵਰਸ ਇਕੱਠੀਆਂ ਹੋਈਆਂ, ਬਟ ਮੈਂ ਕੁਐਸਚਨ ਇਹ ਕਰਦੀ, ਵਾਟ ਇਜ਼ ਦ ਯੂਜ਼, ਵਾਟ ਇਜ਼ ਦ ਆਊਟਕਮ, ਹਾਊ ਅ ਕਾਮਨ ਮੈਨ ਇਜ਼ being benefited by that। ਇੱਕ ਪਾਸੇ ਅਸੀਂ ਕਹਿ ਰਹੇ ਹਾਂ ਜੀ ਟੈਕਨੋਲੋਜੀ ਦਾ ਯੁੱਗ ਹੈ, ਐਵਰੀਥਿੰਗ ਇਜ਼ ਵੈਰੀ ਫਾਸਟ, ਸੈਕਿੰਡਸ 'ਚ ਹੋ ਰਿਹਾ ਹੈ, ਤੇ ਇੱਥੇ ਕਿਉਂ ਨਹੀਂ ਸੈਕਿੰਡਸ 'ਚ ਅਸੀਂ ਮਤਲਬ ਕਿਉਂ ਨਹੀਂ ਵਾਰ ਨੂੰ ਮਤਲਬ ਕਿਉਂ ਨਹੀਂ ਖਤਮ ਕਰ ਪਾ ਰਹੇ? ਮੈਂ ਇਹ ਪੁੱਛਣਾ ਚਾਹੁੰਦਾ ਕਿ ਇਹ ਸਾਰੇ ਜਣੇ ਲੱਗੇ ਰਹੇ, ਮਤਲਬ ਇੱਕ ਰੈਸਲਿੰਗ ਕੁਸ਼ਤੀ ਚੱਲਦੀ ਰਹੀ ਹੈ, ਕਾਫੀ ਦਿਨ ਚੱਲੀ ਹੈ, ਇਹ 'ਚੋਂ ਨਿਕਲਿਆ ਕਿ ਮੰਥਨ ਕੀ ਹੋਇਆ ਇਹਦੇ ਵਿੱਚੋਂ? ਵਾਟ ਇਜ਼ ਦ ਰਿਜ਼ਲਟ, ਕ੍ਰਕਸ ਕੀ ਹੈ? ਜੇ ਮੈਂ ਇਹਨੂੰ ਇੱਕ ਸਿੰਗਲ ਲਾਈਨ 'ਚ ਕਹਿਣਾ ਹੋਵੇ, ਦ ਬੋਟਮ ਲਾਈਨ ਇਜ਼, ਵਾਟ ਇਜ਼ ਦ ਬੋਟਮ ਲਾਈਨ? ਬੋਟਮ ਲਾਈਨ ਤੇ ਇਹ ਹੈ ਜੀ, ਸਾਰੇ ਮਿਲੇ ਜੁਲੇ ਵਰਲਡ ਪੋਲਿਟਿਕਸ ਦੁਬਾਰਾ ਕੋਵਿਡ ਤੋਂ ਬਾਅਦ ਰੀਸਟਾਰਟ ਹੋ ਗਈ। ਠੀਕ ਹੈ, ਕੋਵਿਡ ਤੋਂ ਬਾਅਦ ਇੱਕ ਬਹੁਤ ਵੱਡਾ ਇਹ ਇਵੈਂਟ ਸੀ, ਠੀਕ ਹੈ, ਔਰ ਇੰਡੀਆ ਵਾਲੇ ਜ਼ਿਆਦਾ ਖੁਸ਼ ਹੋ ਰਹੇ ਕਿਉਂਕਿ ਨੈਕਸਟ ਇਵੈਂਟ ਸਾਡੇ ਇੱਥੇ ਹੋਣਾ ਹੈ 2023 ਦੇ ਵਿੱਚ, ਠੀਕ ਹੈ। ਤੇ ਵਾਰ ਹਜੇ ਰੁਕੀ ਨਹੀਂ, ਹਾਲਾਂਕਿ ਬਹੁਤ ਅਟਕਣਾਂ ਲਗਾਈਆਂ ਜਾ ਰਹੀਆਂ ਸੀਗੀਆਂ ਕਿ G20 'ਚ ਜਾ ਕੇ ਕੁਛ ਨਾ ਕੁਛ ਹੱਲ ਜ਼ਰੂਰ ਨਿਕਲੇਗਾ, ਨਹੀਂ ਨਿਕਲਿਆ। ਬੜੀ ਇੱਕ ਸੈਡ ਗੱਲ ਹੈ, ਲੇਕਿਨ ਇੱਕ ਆਮ ਬੰਦਾ ਜਿਹੜਾ ਨਾ, ਉਹ ਦੇਖੋ ਉਹਦਾ ਦਿਮਾਗ ਇੰਨਾ ਜ਼ਿਆਦਾ, ਉਹਨੇ ਮਤਲਬ ਉਹਨੇ ਉਹ ਘੁੰਮਣ ਘੇਰੀਆਂ 'ਚ ਨਹੀਂ ਪੈਣਾ ਇੰਟੈਲੈਕਚੁਅਲ, ਉਹਨੇ ਸਿੱਧਾ ਪੁੱਛਣਾ ਵੀ ਤੁਸੀਂ G20 ਕਰਨ ਗਏ ਸੀ, ਵਾਰ ਨਹੀਂ ਖਤਮ ਕੀਤੀ। ਸਿੱਧੀ ਗੱਲ ਹੈ। ਔਰ ਦੇਖੋ, ਬੰਦੇ ਤਾਂ ਉਹੀ ਹੋਣੇ,
UNO 'ਚ ਵੀ ਉਹੀਓ ਬੰਦੇ ਨੇ, G20 ਵਿੱਚ ਵੀ ਉਹੀਓ ਬੰਦੇ ਨੇ। ਹੁਣ ਅਮਰੀਕਾ ਉੱਥੇ ਬੈਠਾ ਤੇ ਅਮਰੀਕਾ ਇੱਥੇ ਬੈਠ ਗਿਆ, ਸਟੈਂਡ ਤਾਂ ਸੇਮ ਹੈ। ਤੁਸੀਂ ਵਾਰ ਕਿਉਂ ਨਹੀਂ ਖਤਮ ਕਰਦੇ, ਇਹ ਵੀ ਇੱਕ ਸਵਾਲ ਪੈਦਾ ਹੁੰਦਾ ਹੈ। ਜਿਹੜੀਆਂ ਸਾਰੀਆਂ ਗਤੀਵਿਧੀਆਂ ਹੋਈਆਂ ਨੇ, ਮਤਲਬ ਸਫਿਸਟੀਕੇਸ਼ਨ ਹੈ ਨਾ, ਫਾਰਮਲਿਜ਼ਮ, ਡਿਪਲੋਮੇਸੀ, ਇਹਦੇ ਨਾਮ ਦੇ ਵਿੱਚ ਅਸੀਂ ਘੁਮਾ ਰਹੇ ਹਾਂ ਕੀ ਦੁਨੀਆ ਨੂੰ। ਬਹੁਤ ਖੂਬਸੂਰਤ ਅਸੀਂ ਵਰਡਸ ਯੂਜ਼ ਕਰਦੇ ਹਾਂ, ਹਾਂ, yes, ਬਹੁਤ ਪਿਆਰੇ ਪਿਆਰੇ ਵਰਡਸ, ਸ਼ਬਦਾਵਲੀ ਇਸਤੇਮਾਲ ਕਰਕੇ ਅਸੀਂ ornamentation ਜਿਹਨੂੰ ਕਹਿੰਦੇ ਆ ਨਾ, ਗਹਿਣੇ ਗੱਟੇ ਵਾਲੇ ਸ਼ਬਦਾਵਲੀ ਇਸਤੇਮਾਲ ਕਰਕੇ ਅਸੀਂ ਉਸ ਗੱਲ ਨੂੰ ਕਵਰ ਅਪ ਕਰ ਔਰ ਦਿੰਦੇ ਦੇਖੋ ਹਾਂ। ਉਸ ਇਵੈਂਟ ਨੂੰ ਆਰਗੇਨਾਈਜ਼ ਕਰਨ ਲਈ ਕਿੰਨਾ ਪੈਸਾ ਲੱਗਾ ਹੋਇਆ ਬਹੁਤ ਜ਼ਿਆਦਾ। ਔਰ ਇਹ ਕਿੰਨਾ ਦਾ ਪੈਸਾ ਹੈ? ਸਾਡਾ। ਦੁਨੀਆ ਦੇ ਸਾਰੇ ਵੱਡੇ ਲੀਡਰਸ ਉੱਥੇ ਇਕੱਠੇ ਹੋ ਰਹੇ ਹੈ। ਸੋ ਉਹੀ ਨਟਸ਼ੈਲ ਦੇ ਵਿੱਚ ਇਹ ਹੈ ਕਿ ਕੁਝ ਵੀ ਨਹੀਂ ਨਿਕਲਿਆ, ਕੁਝ ਵੀ ਨਹੀਂ ਨਿਕਲਿਆ। ਦੀਵਾਲੀ ਗਈ, ਪਟਾਕੇ ਖਤਮ ਹੋ ਗਏ, ਠੀਕ ਹੈ। ਉਹ ਮਤਲਬ ਉਹ ਪੈਸੇ ਫੂਕ ਦਿੱਤੇ ਅਸੀਂ ਪਟਾਕਿਆਂ ਦੇ ਰੂਪ ਦੇ ਵਿੱਚ, ਨਤੀਜਾ ਕੁਝ ਵੀ ਨਹੀਂ ਨਿਕਲਿਆ। ਸੋ ਦਿਸ ਇਜ਼ ਦ ਮੰਥਨ, ਆ ਹੈ ਆਊਟਕਮ ਇਹਦੀ। ਲੇਕਿਨ ਜੇ ਤੁਸੀਂ ਇੰਟੈਲੈਕਚੁਅਲ ਲੋਕਾਂ ਨਾਲ ਗੱਲ ਕਰਨਗੇ, ਉਹ ਕਹਿਣਗੇ ਨਹੀਂ ਕਿਉਂ ਨਹੀਂ ਨਿਕਲਿਆ ਜੀ, ਅਸੀਂ ਗ੍ਰੀਨ ਕਾਰਬਨ ਦੀ ਗੱਲ ਕਰ ਰਹੇ ਹਾਂ, ਫੂਡ ਸਿਕਿਉਰਿਟੀ ਦੀ ਗੱਲ ਕਰ ਰਹੇ ਹਾਂ, ਨਾਨ ਟ੍ਰੈਡੀਸ਼ਨਲ ਇਸ਼ੂਜ਼ ਦੀ ਗੱਲ ਕੀਤੀ ਹੈ। ਦੇਖੋ ਜੀ ਚਾਈਨਾ ਔਰ ਅਮਰੀਕਾ ਦਾ ਦੁਬਾਰਾ ਦੋਸਤੀ ਹੋ ਗਈ ਹੈ, ਉਹਨਾਂ ਨੇ ਕਹਿਣਾ ਬਹੁਤ ਕੁਝ ਨਿਕਲਿਆ। ਲੇਕਿਨ ਜਿਹੜੀ ਇੱਕ ਬੇਸਿਕ ਜਿਹੜੀ ਚੀਜ਼ ਹੈ, ਉਹ ਤਾਂ ਇਸ ਟਾਈਮ ਵਾਰ ਦਾ ਐਂਡ ਹੋਣਾ ਹੀ ਹੈ ਨਾ। ਬਿਲਕੁਲ ਹੈ। ਮੀਟਿੰਗ ਬੜੀ ਕਾਮਯਾਬ ਰਹੀ। ਕੀ ਹੋਇਆ? ਨੈਕਸਟ ਮੀਟਿੰਗ ਦੀ ਡੇਟ ਫਿਕਸ ਹੋ ਗਈ। ਸੋ ਮੀਟਿੰਗ ਤੇ ਮੀਟਿੰਗ ਕਰਦੇ ਜਾਓ। ਸੋ ਇੱਕ ਚੀਜ਼ ਹੋਰ, ਇੱਕ ਵੀਡੀਓ ਬੜੀ ਵਾਇਰਲ ਹੋਈ ਜੋ ਚੀਨ ਦੇ ਸ਼ੀ ਜਿਨਪਿੰਗ ਔਰ ਜੋ ਕੈਨੇਡਾ ਦੇ ਜਸਟਿਨ ਟਰੂਡੋ, ਉਹਨਾਂ ਦੀ ਬਹਿਸ। ਹੀ ਸੇਜ਼, ਸ਼ੀ ਜਿਨਪਿੰਗ ਕਹਿੰਦੇ ਨੇ ਕਿ ਜੋ ਸਾਡੀ ਆਪਸ ਦੇ ਵਿੱਚ ਗੱਲਬਾਤ ਹੋਈ ਉਹਨੂੰ ਤੁਸੀਂ ਲੀਕ ਕਿਉਂ ਕੀਤਾ ਕਿ ਉਹ ਮੀਡੀਆ ਦੇ ਵਿੱਚ ਆ ਗਈ। ਦੈਨ ਟਰੂਡੋ ਸੇਜ਼ ਕਿ ਵੀ ਬਿਲੀਵ ਇਨ ਫ੍ਰੀ ਕਮਿਊਨੀਕੇਸ਼ਨ, ਫ੍ਰੀ ਡਾਇਲੌਗ, ਫ੍ਰੀ ਕਨਵਰਸੇਸ਼ਨ। ਸੋ ਅਸੀਂ ਪਬਲਿਕ ਸਾਹਮਣੇ ਸਭ ਗੱਲ ਰੱਖ ਦਿੰਦੇ ਹਾਂ ਕਿ ਜੋ ਕੁਝ ਹੈ। ਮਤਲਬ ਹੁਣ ਇੱਥੇ ਦੇਖੋ ਪੁਆਇੰਟ ਆਫ ਵਿਊ ਕਿੰਨੇ ਡਿਫਰੈਂਟ ਨੇ। ਹੁਣ ਜਦੋਂ ਇਹ ਪੁਆਇੰਟ ਆਫ ਵਿਊ ਇੰਨੇ ਡਿਫਰੈਂਟ ਨੇ ਬਿਕੋਜ਼ ਆਫ देयर ਕਲਚਰਲ ਬੈਕਗਰਾਉਂਡ, ਔਰ ਉਹ ਰਸ਼ੀਆ ਦੇ ਚੀਨ ਦੇ ਵਿੱਚ ਉਹ ਗੱਲ ਛੁਪਾ ਕੇ ਰੱਖਣਾ ਚਾਹੁੰਦੇ ਨੇ, ਔਰ ਉਸੇ ਤਰ੍ਹਾਂ ਉਹ ਗਵਰਨਮੈਂਟ ਨੂੰ ਚਲਾਉਂਦੇ ਨੇ। ਪਬਲਿਕ ਨੂੰ ਨਹੀਂ ਪਤਾ ਕਿ ਗਵਰਨਮੈਂਟ ਕੀ ਕਰਦੀ ਪਈ ਹੈ, ਸਿਰਫ ਉੱਤੋਂ ਆਰਡਰਸ ਆਉਂਦੇ ਨੇ। ਪਰ ਕੈਨੇਡਾ ਵਿੱਚ ਪਬਲਿਕ ਨੂੰ ਪਤਾ ਕਿ ਗਵਰਨਮੈਂਟ ਕੀ ਕਰਦੀ ਪਈ, ਔਰ ਪੂਰੀ ਪ੍ਰੋਪਰ ਪਾਰਟਿਸਿਪੇਸ਼ਨ ਹੈ। ਸੋ ਦਿਸ ਇਜ਼ ਦ ਬੇਸਿਕ ਡਿਫਰੈਂਸ, ਐਟੀਟਿਊਡ ਡਿਫਰੈਂਟ ਹੈ। ਲੋਕ ਪਤਾ ਕੀ ਕਹਿ ਰਹੇ ਹੈ ਕਿ ਦਿਸ ਵਾਸ ਅ ਟੇਲਰਡ ਇਵੈਂਟ ਔਨ ਕੈਮਰਾਜ਼, ਮਤਲਬ ਸ਼ੀ ਜਿਨਪਿੰਗ ਜਾਂ ਜਾਣ ਕੇ ਕੀਤਾ ਗਿਆ ਜਸਟ ਟੂ ਸ਼ੋ ਵੈਸਟਰਨ ਵਰਲਡ ਨੂੰ ਸਨਬ ਕਰਨ ਲਈ, ਇੱਕ ਉਹਨਾਂ ਦਾ ਲੀਡਰ ਨੂੰ ਪਕੜ ਲਿਆ। ਤਾਂ ਟਰੂਡੋ ਵਾਸ ਐਂਬੂਸ਼ਡ ਬਾਏ ਸ਼ੀ ਜਿਨਪਿੰਗ, ਔਰ ਇਹਨੂੰ ਜਾਣ ਕੇ ਕੀਤਾ ਗਿਆ। ਮਤਲਬ ਇਹ ਵੀ ਇੱਕ ਸਕੂਲ ਆਫ ਥਾਟ ਹੈ, ਮਤਲਬ ਇਹ ਨੈਚੁਰਲੀ ਨਹੀਂ ਹੋਇਆ, ਸਕ੍ਰਿਪਟਡ ਹੈ। I don't know, this is a matter of research ਕਿ was it tailored, ਇਹ scripted ਹੋਇਆ ਹੈ on cameras ਜਾਂ ਫਿਰ ਮਤਲਬ ਇਹਦਾ ਤੁਸੀਂ ਦੇਖੋ। ਅੱਛਾ ਯੈਸ, ਇਹਦੇ ਨਾਲ ਹੋਣਾ ਪਤਾ ਕੀ ਇਸ ਇਵੈਂਟ ਨਾਲ, ਜੇ ਚਾਈਨਾ ਵਾਲਿਆਂ ਨੇ ਦਿਖਾਇਆ ਉੱਥੇ ਸ਼ੀ ਜਿਨਪਿੰਗ ਨੇ ਹੀਰੋ ਬਣ ਜਾਣਾ ਕਿ ਦੇਖੋ ਜੀ ਮੈਂ ਇੱਕ ਵੈਸਟਰਨ ਵਰਲਡ ਦੇ ਲੀਡਰ ਨੂੰ ਸਨਬ ਕਰਕੇ ਆਇਆ ਜਾਂ ਉਹਨੂੰ ਇਦਾਂ ਕਰਕੇ ਡੋਮੀਨੇਟ ਕੀਤਾ। ਯੈਸ। ਮਤਲਬ ਇਹ ਜਦੋਂ ਟੀਵੀ ਦਾ ਰਿਐਲਿਟੀ ਸ਼ੋਅ ਹੁੰਦਾ ਹਾਂਜੀ ਤੁਸੀਂ ਠੀਕ ਪਕੜਿਆ। G20 ਹੈ ਜਾਂ ਰਿਐਲਿਟੀ ਸ਼ੋਅ ਹੈ ਜਿਹਦੇ ਵਿੱਚ ਇਹ ਸਭ ਸਕ੍ਰਿਪਟਡ ਹੈ। ਸੋ ਇਹ ਸਭ ਚੀਜ਼ਾਂ ਚੱਲਦੀਆਂ ਪਈਆਂ। ਜੇ ਇਹ ਚੀਜ਼ ਸਕ੍ਰਿਪਟਡ ਹੈ ਤਾਂ ਮਤਲਬ ਫਿਰ ਬਾਕੀ ਚੀਜ਼ਾਂ ਵੀ ਆਈ ਵਾਸ਼ ਨੇ, ਔਰ ਅੰਦਰ ਖਾਤੇ ਜਿਹੜੀਆਂ ਗੱਲਾਂ ਚੱਲਦੀਆਂ ਪਈਆਂ ਨੇ ਉਹ ਸਭ ਆਪਣਾ ਪ੍ਰੋਫਿਟ ਦੇਖ ਰਹੇ ਨੇ। ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਦੀ ਹਾਂ, ਸਕ੍ਰਿਪਟਡ ਤਾਂ ਹੈ ਹੀ ਹੈ, ਉਹਦੇ ਨਾਲ ਸਾਰਾ ਕੁਝ ਡਿਸਾਈਡਡ ਹੁੰਦਾ ਹੈ ਕਿ ਕਿੰਨੇ ਕੀ ਗੱਲ ਕਰਨੀ, ਕਿਹਨੂੰ ਮਿਲਣਾ, ਕਿਹਦੇ ਨਾਲ ਫੋਟੋ ਖਿਚਾਉਣੀ ਹੈ। ਹੁਣ ਜੇ ਤੁਸੀਂ ਅਮਰੀਕਾ ਦੀ ਗੱਲ ਕਰੋਗੇ ਨਾ, ਇੰਡੀਆ ਦਾ ਮੀਡੀਆ ਉਹ ਫੋਟੋਜ਼ ਬਹੁਤ ਦਿਖਾ ਰਿਹਾ ਹੈ ਕਿ ਜੀ ਬਾਈਡਨ ਮੋਦੀ ਦੀ ਕੈਮਿਸਟਰੀ ਨੂੰ ਬੜਾ ਹਾਈਲਾਈਟ ਕੀਤਾ ਜਾ ਰਿਹਾ ਹੈ। ਲੇਕਿਨ ਬੈਕ ਇਨ ਅਮਰੀਕਾ ਜੇ ਤੁਸੀਂ ਦੇਖੋਗੇ, ਉਹ ਮੋਦੀ ਸਾਹਿਬ ਦੇ ਨਾਲ ਜ਼ਿਆਦਾ ਫੋਟੋਗ੍ਰਾਫਸ ਨਹੀਂ ਦਿਖਾ ਰਿਹਾ। ਦੇ ਆਰ ਨਾਟ ਸ਼ੋਇੰਗ। ਔਰ ਇਹ ਨਹੀਂ ਕਿ ਫੋਟੋਜ਼ ਹੈ ਹੋਈਆਂ ਨਹੀਂ, ਉਹਨਾਂ ਨੇ ਕਿਹੜੀ ਫੋਟੋਗ੍ਰਾਫ ਦਿਖਾਣੀ ਹੈ ਇਹ ਵੀ ਸਾਰਾ ਮਤਲਬ ਪੂਰਾ ਐਵਰੀਥਿੰਗ ਇਜ਼ ਡਿਸਕਸਡ ਬਾਈ ਡੀਪ ਡਿਪਲੋਮੈਟਿਕ ਸਰਕਲਸ। ਮੈਨੂੰ ਇੱਕ ਵਾਰੀ ਇੱਕ ਡਿਸਕਸ਼ਨ ਦੇ ਵਿੱਚ ਗੱਲ ਬੜੀ ਪਸੰਦ ਆਈ ਸੀ ਐਕਸਪਰਟ ਦੀ। ਹੀ ਸੈਡ ਕਿ ਦੇਖੋ ਅਮਰੀਕਾ ਦੇ ਜੋ ਨੰਬਰ 1 ਐਲਨ ਮਸਕ, ਦੁਨੀਆ ਦੇ ਨੰਬਰ 1 ਰਿਚ ਪਰਸਨ ਨੇ, ਔਰ ਉਹ ਟੈਸਲਾ ਕਾਰ ਉਹਨਾਂ ਦੀ ਹੈ। ਟੈਸਲਾ ਕਾਰ ਦੀ ਪ੍ਰੋਡਕਸ਼ਨ ਦੇ ਪਿੱਛੇ ਚਾਈਨਾ ਹੈ, ਔਰ ਚਾਈਨਾ ਨਾਲ ਕਿਤੇ ਨਾ ਕਿਤੇ ਗਰਮਾ ਗਰਮੀ ਵੀ ਹੋਈ ਤਾਈਵਾਨ ਦੇ ਇਸ਼ੂ ਦੇ ਉੱਤੇ। ਇਕਨੋਮਿਕ ਇੰਟਰਸਟ ਆਪਣੀ ਜਗ੍ਹਾ, ਪੋਲੀਟੀਕਲ ਇੰਟਰਸਟ ਆਪਣੀ ਜਗ੍ਹਾ, ਵਾਰ ਦੀ ਗੱਲ ਵੀ ਹੋ ਰਹੀ ਹੈ। ਸੋ ਤੁਸੀਂ ਕੀ ਕਹੋਗੇ? ਕਹਿੰਦੇ ਕਿ ਡਬਲ ਸਟੈਂਡਰਡਸ ਨੇ ਕਿ ਅਮਰੀਕਾ ਉੱਥੇ ਕੁਛ, ਰਸ਼ੀਆ ਉੱਥੇ ਕੁਛ, ਔਰ ਜੋ ਇਕਨੋਮਿਕਲੀ ਫਾਇਦਾ ਲੈਣਾ ਹੈ ਬਿਜ਼ਨਸ ਦਾ ਉਹ ਵੀ ਲਿੱਤਾ ਜਾ ਰਿਹਾ ਹੈ। ਟੈਸਲਾ ਕਾਰ ਵੀ ਉੱਥੇ ਹੈ, ਔਰ ਵਰਲਡ ਦੇ ਨੰਬਰ 1 ਜਿਹੜੇ ਐਲਨ ਮਸਕ ਨੇ ਉਹ ਵੀ ਬਿਕੋਜ਼ ਆਫ ਟੈਸਲਾ ਕਾਰ ਨੇ। ਸੋ ਚਾਈਨਾ ਉਹਨਾਂ ਨੂੰ ਵੀ ਬੈਕਅਪ ਕਰ ਰਿਹਾ ਹੈ। ਨਾਓ ਤਾਈਵਾਨ ਨੂੰ ਲੈ ਕੇ ਗਰਮਾ ਗਰਮੀ ਵੀ ਹੋ ਰਹੀ ਹੈ ਕਿ ਅਸੀਂ ਸਟੈਂਡ ਲਵਾਂਗੇ, ਤਾਈਵਾਨ ਦੇ ਨਾਲ ਅਸੀਂ ਖੜੇ ਹਾਂ, ਤੁਹਾਨੂੰ ਯੁੱਧ ਦਾ ਸਾਹਮਣਾ ਕਰਨਾ ਪਏਗਾ। ਵਾਟਸ ਦਿਸ ਹੈਪਨਿੰਗ? ਦਿਸ ਇਜ਼ ਨਾਟ ਡਬਲ ਸਟੈਂਡਰਡ, ਦਿਸ ਇਜ਼ ਮਲਟੀ ਸਟੈਂਡਰਡ। ਮਲਟੀ ਸਟੈਂਡਰਡ। ਓ
ਇਹਦੀਆਂ ਪੋਲੀਟੀਕਲ ਇੰਪਲੀਕੇਸ਼ਨਸ ਨੂੰ ਵੀ ਜਸਟੀਫਾਈ ਕਰ ਲੈਂਦੇ, ਇਕਨੋਮਿਕ ਇੰਪਲੀਕੇਸ਼ਨਸ ਵੀ। ਮਤਲਬ ਨਾ ਗੱਲਾਂ ਬਾਤਾਂ ਨਾਲ ਹੀ ਲੋਕਾਂ ਨੂੰ ਖਿਲਾਈ ਜਾ ਰਹੇ ਹੈ, ਆਮ ਜਨਤਾ ਨੂੰ। ਆਮ ਜਨਤਾ ਵੀ ਵਿਚਾਰੇ ਟੀਵੀ 'ਤੇ ਬੈਠ ਕੇ ਪ੍ਰੋਗਰਾਮ ਦੇਖ ਲੈਂਦੇ, ਸਾਡਾ ਵੀ ਦੇਖ ਰਹੇ ਹੋਣੇ ਆ। ਮਤਲਬ ਕਹਿਣ ਦਾ ਮਤਲਬ ਇਟਸ ਆਲ ਮਨੀ ਗੇਮ, ਇਟ ਇਜ਼ ਆਲ, ਮਤਲਬ ਇੰਨਾ ਕੁ ਜ਼ਿਆਦਾ ਇੰਟਰਸਟ ਓਰੀਐਂਟਡ ਸਾਰਾ ਕੁਝ ਹੋ ਗਿਆ ਨਾ ਕਿ ਅਸੀਂ ਕਾਮਨ ਮੈਨ ਦੇ ਇੰਟਰਸਟ ਨੂੰ ਅਸੀਂ ਉਹਨਾਂ ਬੈਲੈਂਸ ਨਹੀਂ ਕਰ ਪਾ ਰਹੇ। ਬਿਲਕੁਲ, ਉਹ ਜਿੱਦਾਂ ਪੰਜਾਬੀ 'ਚ ਕਹਿੰਦੇ ਨੇ ਨਾ, ਗੱਲਾਂ ਦਾ ਕੜਾਹ ਬਣਾ ਕੇ ਖਵਾਈ ਬਸ ਜਾਂਦੇ ਬਸ ਨੇ। ਬਸ ਜੀ ਬਸ, ਬਹੁਤ ਅੱਛਾ ਤੁਸੀਂ ਇਹ ਗੱਲਾਂ ਦਾ sentence ਕੜਾਹ ਬੋਲਿਆ। ਖਵਾਓ ਤੇ ਬਸ। ਆਪਣਾ ਫਾਇਦਾ ਉਠਾਓ। ਬਸ। ਸੋ ਆਪਾਂ ਅੱਗੇ ਵਧਦੇ ਹਾਂ ਕਿ ਤੁਸੀਂ ਇਹਦੇ 'ਚ ਟੌਪਿਕ ਉਠਾਇਆ ਕਿ ਇੰਡੀਆ ਇਸ ਚੀਜ਼ ਨੂੰ ਦੇਖ ਰਿਹਾ ਕਿ ਅਗਲੇ ਸਾਲ 2023 ਦੇ ਵਿੱਚ ਹੋਸਟ ਕਰਨਾ ਹੈ G20 ਸੰਮੇਲਨ ਨੂੰ ਇੰਡੀਆ ਨੇ, ਔਰ ਇਸ ਚੀਜ਼ ਨੂੰ ਸਾਹਮਣੇ ਰੱਖ ਕੇ ਉਹ ਸਾਰੀਆਂ ਐਕਟੀਵਿਟੀਜ਼ ਕਰਦਾ ਪਿਆ ਹੈ, ਔਰ ਉਧਰ SCO ਦੀ ਵੀ ਮੀਟਿੰਗ ਹੈ। ਸੋ ਇਸ ਚੀਜ਼ ਨੂੰ ਰੱਖ ਕੇ ਚੱਲਦਾ ਪਿਆ। ਤਾਂ ਇਹਦੇ ਵਿੱਚ ਏਸ਼ੀਅਨ ਵਿਜ਼ਡਮ ਦੀ ਬਹੁਤ ਗੱਲ ਹੋ ਰਹੀ ਹੈ G20 ਦੇ ਵਿੱਚ, ਕਿਉਂਕਿ ਕਿਤੇ ਨਾ ਕਿਤੇ ਇੰਡੀਆ ਦੇ ਵਿੱਚ ਨਾ ਖਾਸ ਤੌਰ ਤੇ ਜ਼ੋਰ ਦਿੱਤਾ ਜਾਂਦਾ ਹੈ ਭਾਰਤ ਕੋ ਵਿਸ਼ਵ ਗੁਰੂ ਬਣਾਉਣਾ ਹੈ। ਉਹ ਵਿਸ਼ਵ ਗੁਰੂ ਦੀ ਕੀ ਡੈਫੀਨੇਸ਼ਨ ਹੈ ਪਤਾ ਨਹੀਂ, ਔਰ ਕਿੱਦਾਂ ਜਾ ਕੇ ਇਹ ਵਿਸ਼ਵ ਗੁਰੂ ਬਣਦੇ ਨੇ। ਕਿਉਂਕਿ ਜੇ ਅਸੀਂ ਇੰਟੈਲੈਕਟ ਦੀ ਗੱਲ ਕਰੀਏ, ਨੌਲੇਜ ਦੀ ਗੱਲ ਕਰੀਏ, ਵਿਜ਼ਡਮ ਦੀ ਗੱਲ ਕਰੀਏ, ਤਾਂ ਇੰਡੀਆ ਤਾਂ ਸ਼ੁਰੂ ਤੋਂ ਹੀ ਵਿਸ਼ਵ ਗੁਰੂ ਹੈ। ਕਿਉਂਕਿ ਵੇਦਾਂ ਤੋਂ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੱਕ ਦਾ ਜੋ ਸਫ਼ਰ ਅਸੀਂ ਭਾਰਤ ਦੀ ਧਰਤੀ ਦੇ ਉੱਤੇ ਤੈਅ ਕੀਤਾ ਹੈ ਮਾਨਵ ਜਾਤੀ ਨੇ, ਉਹ ਵਿਸ਼ਵ ਗੁਰੂ ਹੀ ਹੈ। ਕਿਉਂਕਿ ਜਿਸ ਧਰਤੀ ਦੇ ਉੱਤੋਂ ਵੇਦਾਂ ਤੋਂ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਦਾ ਸਾਰਾ ਗਿਆਨ ਸਾਰੀ ਦੁਨੀਆ 'ਚ ਜਾਂਦਾ ਹੈ, ਉਹ ਵਿਸ਼ਵ ਗੁਰੂ ਹੈ। ਹੋਰ ਕਿਹੜਾ ਵਿਸ਼ਵ ਗੁਰੂ ਅਸੀਂ ਬਣਾਉਣਾ ਹੈ? ਐਗਜ਼ੈਕਟਲੀ, ਤੁਸੀਂ ਬਹੁਤ ਸਹੀ ਪੁਆਇੰਟ ਆਊਟ ਕੀਤਾ ਕਿ ਵਿਸ਼ਵ ਗੁਰੂ ਤਾਂ ਅਸੀਂ ਆਲਰੇਡੀ ਹੈ ਹੀ ਹੈ, ਸਾਡੇ ਗੁਰੂਆਂ ਨੇ ਸਾਨੂੰ ਬਣਾਇਆ ਹੋਇਆ। ਸ਼ੋਰ ਦੇयर ਇਜ਼ ਨੋ ਨੀਡ। ਸਾਡੀ ਕੋਸ਼ਿਸ਼ ਇਹ ਕਿ ਜਿਹੜੇ ਉਹਨਾਂ ਨੇ ਰਸਤੇ ਦਿਖਾਏ ਨਾ, ਅਸੀਂ ਉਹਨਾਂ 'ਤੇ ਹੀ ਚੱਲ ਪਈਏ। ਖੈਰ, ਉਹ ਹੁਣ ਬਾਅਦ ਦੀਆਂ ਗੱਲਾਂ ਹੈ। ਹੁਣ ਤੁਸੀਂ ਮੈਨੂੰ ਗੱਲਬਾਤ ਕੀਤੀ ਸੀ ਏਸ਼ੀਅਨ ਵਿਜ਼ਡਮ, ਏਸ਼ੀਅਨ ਵਿਜ਼ਡਮ ਦੀ ਤੁਸੀਂ ਗੱਲ ਕੀਤੀ, ਤੇ 2023 ਵਾਲਾ ਜਿਹੜਾ ਸਨ ਹੈ, ਜੀ ਜੀ, ਜਿਹੜਾ ਆਉਣ ਵਾਲਾ ਸਾਲ ਹੈ, ਇੱਕ ਬੜਾ ਹੀ ਇੰਪੋਰਟੈਂਟ ਸਾਲ ਹੋਣਾ ਇੰਡੀਆ ਲਈ। ਕਿਉਂਕਿ ਇੱਥੇ 2 ਮੀਟਿੰਗਸ ਹੋਣੀਆਂ, G20 ਐਂਡ SCO, ਔਰ ਲਗਭਗ ਘੱਟੋ ਘੱਟ 500 ਮੀਟਿੰਗਸ ਹੋਣੀਆਂ ਮਿਨਿਸਟਰੀਅਲ ਲੈਵਲ ਦੀਆਂ, ਡਿਪਲੋਮੈਟਿਕ ਲੈਵਲ ਦੀਆਂ। ਪਹਿਲੇ ਲੋਕ ਇੱਥੇ ਤਾਜ ਮਹਿਲ ਦੇਖਣ ਆਉਂਦੇ ਸੀ, ਟੁਡੇ ਦੇ ਵਿਲ ਬੀ ਕਮਿੰਗ ਹੇਅਰ ਫॉर ਦੀ ਵਰਕ। ਔਰ ਤੁਸੀਂ ਦੇਖੋ 500 ਮੀਟਿੰਗ ਦਾ ਮਤਲਬ ਹੈ ਕਿ ਦੁਨੀਆ ਦੇ ਕੋਨੇ ਤੋਂ ਇੱਧਰੋਂ ਉੱਧਰੋਂ ਸਭ ਲੋਕਾਂ ਨੇ ਆਉਣਾ। ਮਤਲਬ 500 ਮੈਂ ਵੈਸੇ ਅਪਰੋਕਸੀਮੇਟਲੀ ਕਹਿ ਰਹੀ ਹਾਂ, ਇੱਕ ਘੱਟ ਤਾਂ ਇੱਕ ਵੱਧ ਵੀ ਹੋ ਸਕਦੀ ਹੈ। ਉਹ ਜਦੋਂ ਸਾਰੇ ਡੈਲੀਗੇਟਸ ਨੇ ਆਉਣਾ ਹੈ, ਜਿਨ੍ਹਾਂ ਨੇ ਸਾਰਾ ਜ਼ਿਆਦਾ ਕਰਨਾ ਹੈ, ਤੁਸੀਂ ਸੋਚੋ ਕਿ ਇੰਡੀਆ ਨੂੰ ਕਿੰਨਾ ਇਹਦਾ ਫਾਇਦਾ ਹੋਣਾ। ਔਰ ਅਗਰ ਸਾਡੇ ਪੋਲੀਟੀਸ਼ੀਅਨਸ ਆਪਣੇ ਪੋਲੀਟਿਕਸ ਨੂੰ 2 ਮਿੰਟ ਲਈ ਛੱਡ ਕੇ ਜਿਹੜਾ ਸਾਡੇ ਗੁਰੂਆਂ ਨੇ ਸੋਸ਼ਲ ਵਰਕ ਕਿਹਾ ਉਹਨੂੰ ਮਾਈਂਡ 'ਚ ਰੱਖ ਕਰਕੇ ਇਸ ਸਾਲ ਨੂੰ ਜੇ ਸੰਭਾਲ ਲੈਣ, ਤਾਂ ਮੈਂ ਕਹਿੰਦੀ ਫਿਰ ਅਸੀਂ ਉਹ ਜਿਹੜਾ ਵਿਸ਼ਵ ਗੁਰੂ ਬਣਾਇਆ ਸੀਗਾ ਉਹਨੂੰ ਕਾਇਮ ਕਰ ਸਕਦੇ ਹਾਂ, ਰੀਕਲੇਮ ਕਰ ਸਕਦੇ ਹਾਂ। ਸ਼ੋਰ ਮਤਲਬ ਉਹ ਵਿਸ਼ਵ ਗੁਰੂ ਅਸੀਂ ਆਲਰੇਡੀ ਹੈਗੇ ਹਾਂ, ਸਿਰਫ ਉਹ ਰਸਤੇ ਤੋਂ ਭਟਕੇ ਹੋਏ ਹਾਂ। ਜੇ ਫਿਰ ਤੋਂ ਟਰੈਕ ਤੇ ਆ ਜਾਈਏ ਤੇ ਸਪੈਸ਼ਲ ਐਫਰਟ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਤਾਂ ਸਾਡੀ ਨਾਰਮਲ ਲਾਈਫ ਆ, ਅਸੀਂ ਹੈ ਹੀ ਇਦਾਂ ਦੇ। ਮੈਨੂੰ ਲੱਗਦਾ ਗੁਰੂ ਸਾਨੂੰ ਉੱਥੋਂ ਖੜੇ ਹੋ ਕੇ ਸ਼ਾਇਦ ਸਾਨੂੰ ਆਸ਼ੀਰਵਾਦ ਦੇ ਨਾਲ ਨਾਲ ਧੰਨਵਾਦ ਵੀ ਕਰਨਗੇ ਕਿ ਤੁਸੀਂ ਸਾਡੀ ਇੱਜ਼ਤ ਰੱਖ ਲਈ। ਸੋ ਪਰਮਾਤਮਾ ਕਰੇ ਸਾਨੂੰ ਸਾਰਿਆਂ ਨੂੰ ਇੰਨੀ ਸੋਝੀ ਆਵੇ, ਅਸੀਂ ਇੱਦਾਂ ਚੱਲੀਏ। ਸੋ ਚੱਲੀਏ ਹੁਣ ਅੱਗੇ ਇਹ ਹੈ ਕਿ ਆਪਾਂ ਗੱਲ ਕੀਤੀ ਸੀ ਸਟਾਰਟਿੰਗ ਦੇ ਵਿੱਚ ਕਿ G20 ਮੀਨਸ ਇਕਨੋਮਿਕਸ। ਯੈਸ। ਤਾਂ ਇਕਨੋਮਿਕਸ ਦਾ ਮਤਲਬ ਹੈ ਕਿ ਪੋਲਿਟਿਕਸ ਦੇ ਉੱਤੇ ਅਸਰ ਪੈਣਾ, ਔਰ ਜਿੱਥੇ ਇਕਨੋਮਿਕਸ ਤੇ ਪੋਲਿਟਿਕਸ ਗਰੋ ਕਰਦੇ ਨੇ, ਨਵੀਆਂ ਡੈਫੀਨੇਸ਼ਨਸ ਬਣਦੀਆਂ ਨੇ, ਉੱਥੇ ਇਮੀਗ੍ਰੇਸ਼ਨ ਐਂਡ ਮਾਈਗ੍ਰੇਸ਼ਨ ਜ਼ਰੂਰ ਜੁੜਦੀ ਆ, ਕਿਉਂਕਿ ਤਾਂ ਹੀ ਗਰੋਥ ਹੋਏਗੀ। ਕੋਈ ਕਿਤੇ ਜਾਏਗਾ ਕੰਮ ਕਰਨ, ਕੋਈ ਕਿਤੇ ਜਾਏਗਾ ਕੰਮ ਕਰਨ, ਦੈਨ ਦੇयर ਇਜ਼ ਗਰੋਥ, ਕਿਉਂਕਿ ਸਟੇਬਿਲਿਟੀ ਆ। ਸੋ ਇੰਡੋ US ਰਿਲੇਸ਼ਨਸ ਦੀ ਵੀ ਆਪਾਂ ਗੱਲ ਕੀਤੀ ਹੈ ਕਿ ਉਹ ਵੀ ਬੈਟਰ ਹੋਣਗੇ। ਤਾਂ ਇੰਡੋ US ਜਿਹੜੀ ਇਮੀਗ੍ਰੇਸ਼ਨਸ ਮਾਈਗ੍ਰੇਸ਼ਨਸ ਹੋਣੀਆਂ ਨੇ ਇਸ ਸਮਿਟ ਤੋਂ ਬਾਅਦ, ਜੋ ਟ੍ਰੇਡਸ ਦੇ ਸਾਰੀ ਪਾਲਿਸੀਜ਼ ਬਣਨੀਆਂ ਨੇ, ਸਮਝੌਤੇ ਹੋਣੇ ਨੇ, ਉਹਦਾ ਕੀ ਇੰਪੈਕਟ ਪਏਗਾ ਸਾਡੇ ਇੰਡੀਅਨਸ ਨੂੰ, ਸਾਡੇ ਪੰਜਾਬੀਜ਼ ਨੂੰ ਕੀ ਬੈਨੀਫਿਟ ਹੋਏਗਾ ਜਿੱਥੋਂ ਤੱਕ ਇਮੀਗ੍ਰੇਸ਼ਨ ਦਾ, ਮਾਈਗ੍ਰੇਸ਼ਨ ਦਾ ਸਵਾਲ ਹੈ? ਦੇਖੋ, ਜਿਹੜੀ G20 ਮੈਂ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਇਜ਼ ਬੇਸਿਕਲੀ ਟੂ ਐਨਸ਼ੋਰ ਇਕਨੋਮਿਕ ਸਟੇਬਿਲਿਟੀ, ਰਾਈਟ? ਨਾਓ ਇਕਨੋਮਿਕ ਸਟੇਬਿਲਿਟੀ ਤਾਂ ਹੀ ਅਸੀਂ ਅਗਰ ਗਲੋਬਲਾਈਜੇਸ਼ਨ ਨੂੰ ਹੈਂਡਲ ਕਰਾਂਗੇ। ਜੀ ਅਸੀਂ ਗਲੋਬਲਾਈਜੇਸ਼ਨ ਨੂੰ ਪਰਫੈਕਟਲੀ ਹੈਂਡਲ ਕਰਨਾ ਚਾਹੁੰਦੇ ਹਾਂ ਤੇ ਪਹਿਲੇ ਸਾਡੇ ਜਿਹੜੇ ਮਾਈਗ੍ਰੈਂਟਸ ਦੇ, ਇਮੀਗ੍ਰੈਂਟਸ ਦੇ ਜਿਹੜੇ ਇਸ਼ੂਜ਼ ਹੈ ਉਹਨਾਂ ਨੂੰ ਹੈਂਡਲ ਕਰਨਾ ਪਏਗਾ। ਇਸ਼ੂਜ਼ ਪਹਿਲਾਂ ਜੋ ਉਹਨਾਂ ਦੀਆਂ ਪ੍ਰੋਬਲਮਸ ਨੇ, ਯੈਸ, ਜੋ ਵੀ ਕੋਈ ਅਮਰੀਕਾ 'ਚ ਬੈਠਾ ਹੈ, ਕੋਈ ਇੰਗਲੈਂਡ 'ਚ ਬੈਠਾ ਹੈ, ਕੋਈ ਦੁਬਈ ਬੈਠਾ ਹੋਇਆ, ਐਨੀਵੇਅਰ। ਹੁਣ ਇਹ ਨਹੀਂ ਕਿ ਅਸੀਂ ਸਿਰਫ ਅਮਰੀਕਨ ਇਮੀਗ੍ਰੈਂਟਸ ਤੇ ਉਹਨਾਂ ਨੂੰ ਠੀਕ ਕਰਦਾ, ਤਾਂ ਇੱਦਾਂ ਨਹੀਂ ਹੋਣਾ। ਵੀ ਆਰ ਸੋ ਮਚ ਇੰਟਰਕਨੈਕਟਡ ਕਿ ਸਭ ਦਾ ਹੀ ਭਲਾ ਹੋਏਗਾ ਤੇ ਫਿਰ ਹੀ ਦੁਨੀਆ ਦਾ ਭਲਾ ਹੋਣਾ।
ਠੀਕ ਹੈ ਜੀ। ਹੁਣ ਅਮਰੀਕਾ ਦੇ ਨਾਲ ਇੰਡੀਆ ਦੀ ਥੋੜ੍ਹੀ ਜਿਹੀ ਨਾਰਾਜ਼ਗੀ ਚੱਲ ਰਹੀ ਹੈ, ਜਿਹੜਾ ਰਸ਼ੀਅਨ ਆਇਲ ਵੀ ਅਸੀਂ ਬਾਏ ਕਰ ਰਹੇ ਹਾਂ, ਜੋ ਵੀ ਹੈ ਉਹ ਨਾਰਾਜ਼ਗੀ ਇਹ ਹੈ ਕਿ ਹੋ ਸਕਦਾ ਮੈਂ ਗਲਤ ਹੋਵਾਂ, ਲੇਕਿਨ ਇੰਡੀਆ ਦੇ ਜਿਹੜਾ ਵੀਜ਼ਾ ਸਿਸਟਮ ਨੂੰ ਅਮਰੀਕਾ ਨੇ ਥੋੜ੍ਹਾ ਜਿਹਾ ਕੱਸ ਕੇ ਰੱਖਿਆ ਹੈ। ਪਿਛਲੇ 2-3 ਸਾਲ ਲੱਗ ਜਾਂਦੇ ਹੈ ਜੀ। ਉਹ ਜਿਹੜੀ ਫ੍ਰੀ ਫਲੋ ਸੀ ਉੱਤੇ ਰਿਸਟ੍ਰਿਕਸ਼ਨ ਹੈ, ਅਤੇ ਇੰਡੀਆ ਵਾਲੇ ਨਾਰਾਜ਼ ਹੈ ਇਹਦੇ ਤੋਂ। ਨਾ ਕੇਵਲ ਵੀ ਬਿੰਗ ਦੀ ਪੰਜਾਬੀ ਕਮਿਊਨਿਟੀ ਸਾਡੇ ਇੱਥੋਂ ਸਭ ਤੋਂ ਜ਼ਿਆਦਾ ਜਾਂਦੇ ਹੈ, ਅਤੇ ਕਿਤੇ ਨਾ ਕਿਤੇ ਇਹ ਵਾਲੀ ਪ੍ਰੋਬਲਮ ਕਨਵੇ ਕੀਤੀ ਜਾ ਰਹੀ ਹੈ ਅਮਰੀਕਨਸ ਨੂੰ। ਰਾਈਟ। ਹੁਣ ਮੈਂ ਇਹ ਤਾਂ ਨਹੀਂ ਕਹਿ ਸਕਦੀ ਕਿ ਜੀ ਇਮੀਡੀਏਟਲੀ ਕੁਝ ਰਿਜ਼ਲਟਸ ਆ ਜਾਣੇ ਵੀਜ਼ਾ ਨੂੰ ਲੈ ਕੇ, ਬਟ ਉਹਨਾਂ ਨੂੰ ਇਹ ਕਨਵੇ ਕਰ ਦਿੱਤਾ ਗਿਆ ਡਿਪਲੋਮੈਟਿਕਲੀ ਕਿ ਤੁਸੀਂ ਜਿਹੜਾ ਆਪਣੇ ਵੀਜ਼ਾ ਰਿਸਟ੍ਰਿਕਸ਼ਨਸ ਹੈ ਜਾਂ ਰੂਲਸ ਹੈ, ਖਾਸ ਕਰ ਇੰਡੀਅਨਸ ਲਈ, ਇੰਡੀਅਨ ਜਿਹੜਾ ਡਾਇਸਪੋਰਾ ਹੈ, ਇੰਡੀਅਨ ਇਮੀਗ੍ਰੈਂਟਸ ਨੇ, ਉਹਨਾਂ ਲਈ ਥੋੜ੍ਹਾ ਇਹ ਰਿਲੈਕਸੇਸ਼ਨ ਕਰਨ। ਔਰ G20 ਤੋਂ ਬਾਅਦ ਅਗਰ ਜਿੱਦਾਂ ਹੁਣ ਨੈਕਸਟ ਈਅਰ ਇੱਥੇ ਬਾਈਡਨ ਸਾਹਿਬ ਵੀ ਆਉਣਗੇ, ਰਾਈਟ, ਰਿਸ਼ੀ ਸੁਨਕ ਵੀ ਆਉਣਗੇ, ਸਾਰੇ ਲੀਡਰਸ ਨੇ ਇਕੱਠੇ ਹੋਣਾ ਹੈ, ਅਤੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡਾ ਮੌਕਾ ਹੈ। ਔਰ ਤੁਸੀਂ ਤਾਂ ਨਿਊਜ਼ ਵੀ ਪਿੱਛੇ ਜੇ ਨਿਊਜ਼ ਹੋ ਰਹੀ ਸੀਗੀ ਕਿ ਸੁਨਕ ਸਾਹਿਬ ਨੇ ਤਾਂ ਸ਼ਾਇਦ ਬਹੁਤ ਰਿਲੈਕਸੇਸ਼ਨ ਵੀ ਦਿੱਤੀ ਹੈ ਇਮੀਗ੍ਰੈਂਟਸ ਦੇ ਮਾਮਲੇ 'ਚ, ਕਾਫੀਆਂ ਨੂੰ ਵੀਜ਼ਾ ਮਿਲਿਆ, ਵਰਕ ਪਰਮਿਟਸ ਮਿਲੇ ਹੈ, ਅਤੇ ਮੈਂ ਪੋਜ਼ੀਟਿਵ ਹਾਂ ਇਸ ਚੀਜ਼ ਨੂੰ ਲੈ ਕੇ ਕਿ ਸ਼ਾਇਦ ਨੈਕਸਟ ਈਅਰ USA ਕੀ ਜਿਹੜੀਆਂ ਬਾਕੀ ਵੀ ਕੰਟਰੀਜ਼ ਹੈ ਵੀਜ਼ਾ ਰਿਲੈਕਸੇਸ਼ਨ ਹੋਏਗਾ ਹੀ ਹੋਏਗਾ। ਆਈ ਐਮ ਸ਼ੋਰ ਆਫ ਇਟ। ਔਰ ਅਮਰੀਕਾ ਦੇ ਨਾਲ ਹੋਰ ਜਿਹੜੀਆਂ ਬਾਕੀ ਕੰਟਰੀਜ਼ ਵੀ ਨੇ ਉੱਥੇ ਵੀ ਆਉਣਾ ਜਾਣਾ, ਉਹਦੇ 'ਚ ਵੀ ਫਰਕ ਪਏਗਾ, ਆਸਾਨ ਹੋਏਗਾ। ਯੈਸ ਯੈਸ, ਕਿਉਂਕਿ ਬਿਜ਼ਨਸ ਨੂੰ ਸਾਹਮਣੇ ਰੱਖ ਕੇ ਜਦੋਂ ਗਰੋ ਕਰਨਾ ਹੈ ਤਾਂ ਜਿੱਥੇ ਜਿੱਥੇ ਪੋਟੈਂਸ਼ੀਅਲ ਹੈ ਉਸ ਨੂੰ ਖਿੱਚਣੇ ਚਾਹੇਗੀ, ਹਰ ਕੰਟਰੀ ਖਿੱਚਣਾ ਚਾਹੇਗੀ। ਸੋ ਪੋਜ਼ਿਟਿਵ ਸਾਈਨਸ ਦਿਖ ਰਹੇ ਨੇ ਆਉਣ ਵਾਲੇ ਟਾਈਮ ਦੇ ਵਿੱਚ। ਸੋ ਇੱਕ ਐਕਚੁਅਲ ਚੀਜ਼ ਹੁਣ ਜਿੱਥੇ ਆਪਾਂ ਸ਼ੁਰੂਆਤ ਕੀਤੀ ਸੀ, ਹੁਣ ਆਪਾਂ ਵਾਈਂਡ ਅਪ ਤੇ ਉਸ ਪੁਆਇੰਟ ਤੇ ਆਉਂਦੇ ਹਾਂ ਜਦੋਂ ਆਪਾਂ ਬਾਰ-ਬਾਰ ਯੂਜ਼ ਕੀਤਾ 2-3 ਵਾਰੀ, ਮੈਂ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ। ਇਹ ਹੁਣ ਦਿਖਾਣ ਦੇ ਦੰਦ ਤੇ ਆਪਾਂ ਦੇਖ ਲਏ, ਖਾਣ ਦੇ ਦੰਦ ਕੀ ਨੇ? ਵਾਟ ਇਜ਼ ਦੀ ਐਕਚੁਅਲਿਟੀ ਬਿਹਾਈਂਡ ਇਟ, ਵਾਟ ਇਜ਼ ਦਾ ਟਰੂਥ ਬਿਹਾਈਂਡ ਇਟ? ਦੇਖੋ, ਨੋ ਡਾਊਟ G20 ਇਜ਼ ਅ ਵੈਰੀ ਯੂਜ਼ਫੁਲ ਪਲੇਟਫਾਰਮ। ਉਹ ਤਾਂ ਅਸੀਂ ਹਾਸਾ ਮਜ਼ਾਕ ਕਰ ਰਹੇ ਸੀ ਔਰ ਅਸੀਂ ਕਹਿ ਰਹੇ ਸੀ ਕਿ ਇੱਦਾਂ, ਲੇਕਿਨ ਐਕਚੁਅਲੀ ਮੈਨੂੰ ਲੱਗਦਾ ਹੈ ਕਿ ਯੂਨਾਈਟਿਡ ਨੇਸ਼ਨ ਲੋਕ ਇਹ ਫੀਲ ਕਰਦੇ ਨੇ, ਐਕਸਪਰਟਸ ਇਹ ਫੀਲ ਕਰਦੇ ਨੇ ਕਿ ਯੂਨਾਈਟਿਡ ਨੇਸ਼ਨ ਹੈਜ਼ ਫੇਲਡ ਟੂ ਟੈਕਲ ਦੀ ਪ੍ਰੋਬਲਮ ਆਫ ਕੋਵਿਡ, UN has failed to tackle the problem of this recent war crisis ਜਿਹੜਾ ਯੂਕਰੇਨ 'ਚ ਹੋ ਰਿਹਾ ਹੈ, ਔਰ G20 ਨੇ ਇੱਕ ਨਵੀਂ ਆਸ਼ਾ ਦਿੱਤੀ ਹੈ। ਮੈਂ ਇੱਥੇ ਜੇ ਅਸੀਂ ਸਮ ਅਪ ਕਰਨਾ ਹੈ ਤੇ ਸਿੰਗਾਪੁਰ ਵਿਚ ਇਜ਼ ਨਾਟ ਦ ਮੈਂਬਰ ਆਫ G20 ਬਟ ਪਾਰਟਿਸਿਪੇਟਡ ਹੇਅਰ ਐਜ਼ ਅ ਗੈਸਟ, ਸਿੰਗਾਪੁਰ ਨੇ ਇੱਕ ਬਹੁਤ ਹੀ ਅੱਛੀ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਸਟਾਪ ਵੈਪਨਾਈਜੇਸ਼ਨ ਆਫ ਫੂਡ। ਫੂਡ ਸਿਕਿਉਰਿਟੀ ਦੀ ਅੱਜ ਬਹੁਤ ਪ੍ਰੋਬਲਮ ਹੈ। ਠੀਕ ਹੈ, ਅਸੀਂ ਇੰਡੀਆ 'ਚ ਬੈਠੇ ਹਾਂ, ਪੰਜਾਬ 'ਚ ਹੈ, ਸਾਨੂੰ ਕੋਈ ਖਾਣੇ ਪੀਣੇ ਦੀ ਕਿਰਪਾ ਹੈ ਨਾ, ਕੋਈ ਕਮੀ ਨਹੀਂ ਹੈ, ਲੇਕਿਨ ਵਰਲਡ ਲੈਵਲ 'ਤੇ ਫੂਡ ਸਿਕਿਉਰਿਟੀਜ਼ ਦਾ ਬਹੁਤ ਇਸ਼ੂ ਹੈ। ਉਹਨਾਂ ਨੇ ਕਿਹਾ ਖਾਣੇ ਨੂੰ ਟਰਾਂਸਫਾਰਮ ਕਰੋ। ਟਰਾਂਸਫਾਰਮ ਕਰਨ ਮਤਲਬ ਜੋ ਅਸੀਂ ਆਲਰੇਡੀ ਖਾ ਰਹੇ ਹਾਂ, ਅਸੀਂ ਕੁਝ ਹੋਰ ਚੀਜ਼ਾਂ ਐਕਸਪਲੋਰ ਕਰੀਏ। ਨੰਬਰ 2, ਕਾਰਬਨ ਫੁੱਟਪ੍ਰਿੰਟਸ ਦੀ ਬੜੀ ਗੱਲ ਹੋ ਰਹੀ ਹੈ ਕਿ ਹਾਈਡਰੋ ਸਾਨੂੰ ਉੱਧਰਲੇ ਪਾਸੇ ਗ੍ਰੀਨ ਐਨਰਜੀ ਵੱਲ ਜਾਣਾ ਪੈਣਾ ਹੈ ਟੂ ਸੋਲਵ ਦੀ ਪ੍ਰੋਬਲਮ ਆਫ ਦਿਸ ਗਲੋਬਲ ਅਰਥ, ਕਿਉਂਕਿ ਬੇਸਿਕਲੀ ਦੇਖੋ ਐਨਵਾਇਰਮੈਂਟ ਹੀ ਹੈ। ਮਤਲਬ ਗੁਰੂ ਨਾਨਕ ਦੇਵ ਜੀ ਨੇ ਵੀ ਐਨਵਾਇਰਮੈਂਟ ਮਤਲਬ ਖਾਸ ਇੱਕ ਗੁਰੂ ਗ੍ਰੰਥ ਸਾਹਿਬ ਜੀ ਖਾਸ ਮੈਸੇਜ ਆਉਂਦਾ ਹੈ ਕਿ ਆਪਣੀ ਐਨਵਾਇਰਮੈਂਟ ਨੂੰ ਤੁਸੀਂ ਬਚਾਓ ਜੀ, ਰਾਈਟ। ਔਰ ਇਹ ਜਿਹੜਾ ਅਸੀਂ ਐਨਵਾਇਰਮੈਂਟ ਨੂੰ ਬਚਾਉਣਾ ਹੈ, ਇਹ ਅਸੀਂ G20, ਮੈਂ ਤਾਂ ਨਹੀਂ ਕਹਿ ਸਕਦੀ ਕਿ G20 ਜੀ ਬਚਾ ਦੇਗਾ, ਬਟ ਡੈਫੀਨੇਟਲੀ G20 ਇੱਕ ਐਸਾ ਪਲੈਟਫਾਰਮ ਹੈ ਜਿੱਥੇ ਪ੍ਰੈਸ਼ਰ ਪਾਇਆ ਜਾ ਸਕਦਾ ਕਿ ਆਪਣੇ ਕਾਰਬਨ ਫੁੱਟਪ੍ਰਿੰਟਸ ਘੱਟ ਕਰੋ ਔਰ ਤੁਸੀਂ ਜਿਹੜੀ ਆ ਦੂਸਰੀ ਐਨਰਜੀ ਸੈਕਟਰ ਹੈ ਜਿਹੜਾ ਉੱਧਰਲੇ ਪਾਸੇ ਧਿਆਨ ਦਿਓ। ਇੱਕ ਚੀਜ਼ ਮੈਂ ਕਹਿਣਾ ਚਾਹਾਂਗਾ, UNO ਹੋਵੇ, ਕੋਈ ਹੋਰ ਇੰਸਟੀਚਿਊਟ ਹੋਵੇ, ਜਿਵੇਂ ਮੈਂ ਪਹਿਲਾਂ ਵੀ ਆਪਣੀ ਟਾਕ ਦੇ ਵਿੱਚ ਕਿਹਾ ਹੈ, ਲੋਕੀ ਤਾਂ ਉਹੀ ਹੋਣੇ, ਵਰਲਡ ਲੀਡਰਸ ਤਾਂ ਸੇਮ ਨੇ, ਇੱਕ ਟੇਬਲ ਤੋਂ ਉੱਠ ਕੇ ਦੂਸਰੀ ਟੇਬਲ ਤੇ ਬੈਠ ਜਾਣਗੇ, ਮਾਈਂਡਸੈਟ ਤਾਂ ਹੋਈ ਹੈ, ਸੋਚ ਤਾਂ ਹੋਈ ਹੈ। ਔਰ ਪਹਿਲਾਂ ਵੀ ਕਈ ਸਬਮਿਟਸ ਹੋਈਆਂ ਨੇ ਕਿ ਗਲੋਬਲੀ ਅਸੀਂ ਸੋਚੀਏ ਕਿ ਐਨਵਾਇਰਨਮੈਂਟ ਨੂੰ ਕਿਵੇਂ ਬਚਾਉਣਾ ਹੈ, ਔਰ ਜਿਹੜੇ ਕੰਟਰੀ ਸਭ ਤੋਂ ਜ਼ਿਆਦਾ ਕੰਟਰੀਬਿਊਟ ਕਰਦੇ ਨੇ ਪੋਲਿਊਸ਼ਨ ਦੇ ਵਿੱਚ, ਉਹਨੂੰ ਸਭ ਤੋਂ ਜ਼ਿਆਦਾ ਪੈਸਾ ਦੇਣਾ ਚਾਹੀਦਾ, ਇੱਕ ਟਰਸਟ ਬਣਾਉਣਾ ਚਾਹੀਦਾ ਜਿਹਦੇ 'ਚ ਸਾਰੀਆਂ ਕੰਟਰੀਜ਼ ਆਪਣੀ ਆਪਣੀ ਪਾਕਟ ਦੇ ਮੁਤਾਬਿਕ ਪੈਸੇ ਪਾਉਣ ਔਰ ਉਸ ਪੈਸੇ ਨਾਲ ਜਿੱਥੇ ਜਿੱਥੇ ਜ਼ਰੂਰਤ ਹੈ ਐਨਵਾਇਰਨਮੈਂਟ ਨੂੰ ਠੀਕ ਕਰਨ ਦੀ, ਐਨਵਾਇਰਨਮੈਂਟ ਨੂੰ ਠੀਕ ਕੀਤਾ ਜਾਏ। ਦੈਨ ਵਾਟ, ਕਿਉਂਕਿ ਆਪਾਂ ਪਹਿਲਾਂ ਹਿਸਟਰੀ ਦੇਖੀਏ ਨਾ, ਲੀਗ ਆਫ ਨੇਸ਼ਨਸ ਫੇਲਡ, ਦੈਨ UNO ਦੀ ਸਥਾਪਨਾ ਹੁੰਦੀ ਹੈ। ਹੁਣ ਨਾਓ UNO ਇਜ਼ ਫੇਲਡ, ਜੋ ਐਕਸਪਰਟਸ ਮੰਨਦੇ ਨੇ,
ਨਾਓ G20 ਆ ਗਿਆ। ਸੋ ਇਹ ਫੇਲਡ ਲੋਕ ਤਾਂ ਉਹੀ ਨੇ, ਇਹਦਾ ਮਤਲਬ ਲੋਕ ਫੇਲ ਹੋਏ ਨੇ, ਇੰਸਟੀਚਿਊਟ ਤੇ ਆਪਣੇ ਆਪ 'ਚ ਕੁਝ ਨਹੀਂ ਹੁੰਦਾ, ਉਹਦੇ ਮੈਂਬਰਸ ਹੀ ਸਭ ਕੁਝ ਹੁੰਦੇ ਨੇ। ਮੈਂਬਰਸ ਫੇਲ ਹੋ ਗਏ ਤੇ ਨਵਾਂ ਇੰਸਟੀਚਿਊਟ ਬਣਾ ਕੇ ਸੇਮ ਮੈਂਬਰਸ ਸੇਮ ਰਿਜ਼ਲਟ ਦੇਣਗੇ, ਨਵੇਂ ਰਿਜ਼ਲਟਸ ਕਿਵੇਂ ਦੇਖ ਸਕਦੇ ਹਾਂ ਆਪਾਂ? ਦੇਖੋ ਇੱਦਾਂ ਹੈ ਕਿ ਅਗਰ ਅਸੀਂ ਯੂਨਾਈਟਿਡ ਨੇਸ਼ਨ ਲਈਏ ਤੇ G20 ਲਈਏ, ਜੀ ਇਹਨਾਂ ਦੇ ਸਟਰਕਚਰ 'ਚ ਬੜਾ ਫਰਕ ਹੈ, ਫੰਕਸ਼ਨਿੰਗ 'ਚ ਬੜਾ ਫਰਕ ਹੈ। ਯੂਨਾਈਟਿਡ ਨੇਸ਼ਨ 'ਚ ਫਾਰਮਲਿਜ਼ਮ ਹੈ। ਹੁਣ ਜਿੱਦਾਂ G20 ਹੈ, G20 ਦੀ ਜਿਹੜੀ ਪ੍ਰੈਜ਼ੀਡੈਂਸੀ ਹੈ ਹਰ ਸਾਲ ਸ਼ਿਫਟ ਹੋਣੀ, ਰੋਟੇਸ਼ਨ 'ਚ ਹੋਣੀ। G20 ਦਾ ਕੋਈ ਪਰਮਾਨੈਂਟ ਐਡਰੈਸ ਨਹੀਂ, ਕੋਈ ਸੈਕਟਰੀਏਟ ਦਾ ਐਡਰੈਸ ਨਹੀਂ ਹੈ, ਵੀਟੋ ਪਾਵਰ ਨਹੀਂ ਹੈ, ਵੀਟੋ ਪਾਵਰ ਨਹੀਂ ਹੈ। that is the main point. Yes, but G20 is more like a club, you know, ਤੁਹਾਨੂੰ ਜ਼ਿਆਦਾ ਮੌਕਾ ਮਿਲਦਾ ਹੈ ਫਰੈਂਕ ਡਿਸਕਸ਼ਨ ਦਾ ਕੰਪੇਅਰ ਟੂ ਯੂਨਾਈਟਿਡ ਨੇਸ਼ਨ। ਖੈਰ ਇੱਥੇ ਵੀ ਤੁਸੀਂ ਚੇਅਰਸ ਔਰ ਟੇਬਲਸ 'ਚ ਬੈਠੇ, ਇੱਥੇ ਵੀ ਕੈਮਰਾਜ਼ ਹੈ, ਸਾਰਾ ਕੁਛ ਹੈ, ਇੱਥੇ ਵੀ ਡਿਪਲੋਮੈਟਸ ਹੈ। ਬਟ ਮੈਨੂੰ ਲੱਗਦਾ ਹੈ ਕਿ ਇੱਥੇ ਫਾਰਮਲਿਜ਼ਮ ਥੋੜ੍ਹੀ ਜਿਹੀ ਘੱਟ ਹੈ, ਔਰ ਇੱਥੇ ਸ਼ਾਇਦ ਗੱਲਬਾਤ ਜਿਹੜੇ ਹੈ ਜ਼ਿਆਦਾ ਤਰੀਕੇ ਨਾਲ ਤੁਸੀਂ ਸਮਝ ਸਕਦੇ ਹੋ ਔਰ ਮਹਿਸੂਸ ਕਰ ਸਕਦੇ ਹੋ, ਫੀਲ ਕਰ ਸਕਦੇ। ਇੱਥੇ ਇਮੋਸ਼ਨਸ ਥੋੜ੍ਹੇ ਜ਼ਿਆਦਾ ਇੰਟੈਂਸ ਹੈ। ਔਰ ਜੇ ਅਸੀਂ ਯੂਨਾਈਟਿਡ ਨੇਸ਼ਨ ਦੀ ਗੱਲ ਕਰਦੇ ਹਾਂ, ਯੂਨਾਈਟਿਡ ਨੇਸ਼ਨ 'ਚ ਹੁਣ ਦੇਖੋ ਨਾ, ਯੂਨਾਈਟਿਡ ਨੇਸ਼ਨ ਦਾ ਮੇਨ ਬੌਸ ਕੌਣ ਹੈ? ਦੈਟ ਇਜ਼ ਅਮਰੀਕਾ, ਸਭ ਜਾਣਦੇ ਨੇ। ਦਿਸ ਇਜ਼ ਅ ਰੋਟੇਸ਼ਨਲ। ਨੈਕਸਟ ਈਅਰ ਇਟ ਇਜ਼ ਗੋਇੰਗ ਟੂ ਕਮ ਟੂ ਇੰਡੀਆ। ਇੰਡੀਆ ਕਿੱਥੇ ਕਰਾ ਰਿਹਾ? ਸ਼੍ਰੀਨਗਰ 'ਚ। ਇੰਡੀਆ ਨੇ ਆਪਣੇ ਏਜੰਡਾ ਵੀ ਸੈੱਟ ਕਰਨਾ, ਔਰ ਇੰਡੀਆ ਇੱਕ ਹੋਰ ਬੜੀ ਇੰਟਰਸਟਿੰਗ ਚੀਜ਼ ਕਰ ਰਿਹਾ। ਇੰਡੀਆ ਸੇਜ਼ ਕਿ ਵੀ ਆਰ ਰੈਡੀ ਟੂ ਬਿਕਮ ਵੌਇਸ ਆਫ ਦੋਜ਼ ਹੂ ਕਾਂਟ ਸਪੀਕ। ਨੇਪਾਲ ਲਈ ਕੌਣ ਬੋਲੇਗਾ? ਅਫਗਾਨਿਸਤਾਨ ਲਈ ਕੌਣ ਬੋਲੇਗਾ? ਅਤੇ ਇੰਡੀਆ ਨੇ ਜਿਹੜਾ ਸਾਡਾ ਗਲੋਬਲ ਸਾਊਥ ਹੈ ਨਾ, ਉਹਨੂੰ ਲੈ ਕੇ ਆ ਗਿਆ ਇਹਦੇ 'ਚ G20 'ਚ। ਉਹਦੀ ਮਤਲਬ ਰਿਪਰੈਜ਼ੈਂਟੇਸ਼ਨ ਹੋ ਰਹੀ ਹੈ। ਇਹ ਚੀਜ਼ ਯੂਨਾਈਟਿਡ ਨੇਸ਼ਨ 'ਚ ਸ਼ਾਇਦ ਪੋਸੀਬਲ ਨਾ ਹੁੰਦੀ। ਔਰ ਇਸੇ ਚੀਜ਼ ਨੂੰ ਏਸ਼ੀਅਨ ਵਿਜ਼ਡਮ ਕਵਾਂਗੇ। ਵੈਲ, ਏਸ਼ੀਅਨ ਵਿਜ਼ਡਮ ਦਾ ਤਾਂ ਦੇਖੋ ਪਹਿਲੇ ਲੜਾਈ ਤਾਂ ਬੰਦ ਹੋਵੇ। ਦੇ ਆਰ ਆਲਸੋ ਪਾਰਟ ਆਫ ਲਿਟਲ ਬਿਟ ਪਾਰਟ ਆਫ ਏਸ਼ੀਆ। ਸ਼ਿਓਰ। ਔਰ ਦੂਜੀ ਗੱਲ ਇਹ ਹੈ ਕਿ ਜੋ ਕੰਟਰੀਜ਼ ਇਹਦੀਆਂ ਮੈਂਬਰ ਨਹੀਂ ਹੈਗੀਆਂ, ਹਾਂਜੀ, ਉਹਨਾਂ ਦੀ ਵੌਇਸ ਵੀ ਇੰਡੀਆ ਬਣਨਾ ਚਾਹੁੰਦਾ। ਯੈਸ, ਐਗਜ਼ੈਕਟਲੀ। ਸੋ ਕਿਉਂ ਨਾ ਇੱਕ ਇੱਦਾਂ ਦਾ ਪਲੇਟਫਾਰਮ ਤਿਆਰ ਕੀਤਾ ਜਾਵੇ ਜਿਹਦੇ 'ਚ ਸਾਰੀਆਂ ਕੰਟਰੀਜ਼ ਜੁੜੀਆਂ ਹੋਣ, ਸਾਰੀਆਂ ਮੈਂਬਰ ਹੋਣ। ਉਹ ਤਾਂ ਹੈਗੀ ਹੈ, ਯੂਨਾਈਟਿਡ ਨੇਸ਼ਨ ਹੈਗੀ, ਜਨਰਲ ਅਸੈਂਬਲੀ ਹੈ। ਉੱਥੇ ਤੇ ਉਹ ਚੀਜ਼ ਹੈ ਨਹੀਂ। ਉਹ ਬਸ ਫਿਰ ਇਹੀ ਤਾਂ ਹੈ ਨਾ। ਹੁਣ ਮੈਨੂੰ ਲੱਗਦਾ ਹੈ ਕਿ ਵਕਤ ਨਾਲ ਨਾ ਹਰ ਚੀਜ਼ ਪੁਰਾਣੀ ਹੁੰਦੀ ਜਾਂਦੀ ਹੈ, ਨਵੀਆਂ ਚੀਜ਼ਾਂ ਨੂੰ ਵੀ ਫਿਰ ਉਹ ਰਿਪਲੇਸ ਕਰਨਾ ਪੈਂਦਾ ਹੈ। ਮੇਬੀ ਟਾਈਮ ਹੈਜ਼ ਕਮ ਟੂ ਰਿਪਲੇਸ ਯੂਨਾਈਟਿਡ ਨੇਸ਼ਨ, ਸ਼ਾਇਦ। ਹਾਂ, ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਸੋਚ ਬਦਲੀ ਜਾਏ, ਕਿਉਂਕਿ टेबल्स बदल लोगे और इंस्टीट्यूट्स बदल लोगे, लेकिन जो इंसान है वो सेम रहेंगे, जो उन्होंने सोच सेम है, जो चेंज नहीं होती। क्योंकि ਤੁਹਾਨੂੰ ਪਤਾ ਨੈਕਸਟ ਈਅਰ ਹੁਣ ਅਫਰੀਕਾ ਦੇ ਉੱਪਰ ਜ਼ਿਆਦਾ ਫੋਕਸ ਹੋਣ ਲੱਗਾ ਹੈ। ਅਫਰੀਕਨਸ ਨੂੰ ਇਹਦਾ ਪਾਰਟ ਬਣਾਇਆ ਜਾਏਗਾ G20 ਦਾ। ਇੰਡੀਆ ਵਿਲ ਵਰਕ ਔਨ ਇਟ। ਉਹਦਾ ਰੀਜ਼ਨ, ਉਹਨਾਂ ਕੋਲ ਨੈਚੁਰਲ ਰਿਸੋਰਸਿਸ ਬਹੁਤ ਹੈ। ਸ਼ੋਰ, ਹੈ ਨਾ। ਹੁਣ ਦੈਟ ਵਿਲ ਬੀ ਨੈਕਸਟ ਮਾਰਕੀਟ ਟੂ ਬੀ ਟੈਪਡ, ਦੋ ਇਟਸ ਵੈਰੀ ਪੂਅਰ। ਸਾਊਥ ਅਫਰੀਕਾ ਹੈਗਾ, ਬਟ ਸਾਊਥ ਅਫਰੀਕਾ ਡਜ਼ਨਟ ਰਿਪਰੈਜ਼ੈਂਟ 57 ਔਰ 51 ਕੰਟਰੀਜ਼। ਅਤੇ ਉਹਨਾਂ ਨੂੰ ਵੀ ਨਾਲ ਪਾਰਟਨਰ ਬਣਾਇਆ ਜਾਏਗਾ। ਔਰ ਇੱਕ ਜਿਹੜਾ ਡਿਵਾਈਡ ਹੈ ਨਾ, ਨੌਰਥ ਅਤੇ ਸਾਊਥ ਡਿਵਾਈਡ, ਨੌਰਥ ਮੀਨਸ ਆਲ ਡਿਵੈਲਪਡ ਕੰਟਰੀਜ਼ ਐਂਡ ਸਾਊਥ ਮੀਨਸ ਆਲ ਅੰਡਰ ਡਿਵੈਲਪਡ ਕੰਟਰੀ। ਦੇਖੋ ਇੰਡੋਨੇਸ਼ੀਆ ਵੀ ਸਾਊਥ 'ਚ ਆਉਂਦਾ ਹੈ, ਰਾਈਟ। ਇੰਡੋਨੇਸ਼ੀਆ ਕੋ ਵੀ ਇੱਕ ਸਾਲ ਦੀ ਸੀ। ਇੰਡੋਨੇਸ਼ੀਆ ਨੇ ਨਹੀਂ ਕਿਹਾ ਕਿ ਵੀ ਵਿਲ ਬਿਕਮ ਦੀ ਵੌਇਸ ਆਫ ਦੋਜ਼ ਹੂ ਆਰ ਵੌਇਸਲੈਸ, ਬਟ ਇੰਡੀਆ ਇਜ਼ ਸੇਇੰਗ ਦਿਸ। ਤੇ ਲੈਟਸ ਹੋਪ ਕਿ ਇਹ ਜੋ ਕਹਿ ਰਹੇ ਨੇ ਇਹ ਕਰਕੇ ਵੀ ਦਿਖਾਣ। ਆਈ ਥਿੰਕ ਕਿ ਇਹ ਸਾਰੀ ਜੋ ਕਹਾਣੀ ਹੈ ਇਹ ਹੈ ਨੈਚੁਰਲ ਰਿਸੋਰਸਿਸ ਦੀ, ਕਿ ਜਿੱਥੇ ਜਿੱਥੇ ਨੈਚੁਰਲ ਰਿਸੋਰਸਿਸ ਨੇ ਅਸੀਂ ਉਹਨਾਂ ਨੂੰ ਕੰਟਰੋਲ 'ਚ ਕਿਵੇਂ ਲੈਣਾ, ਅਸੀਂ ਉਹਨਾਂ ਦੇ ਉੱਤੇ ਆਪਣੀ ਪਾਲਿਸੀ ਕਿਵੇਂ ਬਣਾਉਣੀ ਹੈ, ਜਾਂ ਕਹੋ ਉਹਨੂੰ ਕਬਜ਼ੇ 'ਚ ਕਿਵੇਂ ਲੈਣਾ। ਔਰ ਜਿੱਥੋਂ ਤੱਕ ਅਸੀਂ ਹਿਸਟਰੀ ਜਾਣਦੇ ਹਾਂ, ਇਕਨੋਮਿਕ ਹਿਸਟਰੀ ਵਰਲਡ ਦੀ ਜਾਂ ਪੋਲੀਟੀਕਲ ਹਿਸਟਰੀ ਵਰਲਡ ਦੀ ਜਾਣਦੇ ਹਾਂ, ਕਿਤੇ ਨਾ ਅਸੀਂ ਇਹ ਮਹਿਸੂਸ ਕਰਦੇ ਹਾਂ ਕਿਤੇ ਨਾ ਕਿਤੇ ਕਿ ਅਮਰੀਕਾ ਆਪਣੇ ਨੈਚੁਰਲ ਰਿਸੋਰਸਿਸ ਨੂੰ ਬਹੁਤ ਹੱਦ ਤੱਕ ਬਚਾ ਕੇ ਰੱਖਦਾ, ਉਹਨਾਂ ਨੂੰ ਯੂਜ਼ ਨਹੀਂ ਕਰਦਾ। ਔਰ ਬਾਕੀ ਕੰਟਰੀਜ਼ ਦੇ ਜਿਹੜੇ ਨੈਚੁਰਲ ਰਿਸੋਰਸਿਸ ਨੇ ਉਹਨਾਂ ਦੇ ਲਈ ਪਾਲਿਸੀਜ਼ ਬਣਦੀਆਂ ਨੇ, ਔਰ ਉਹਨਾਂ ਲਈ ਸਭ ਕੁਝ ਹੁੰਦਾ ਕਿ ਉਹਨਾਂ ਨੂੰ ਐਕਸਪਲੋਇਟ ਕਿਵੇਂ ਕਰਨਾ ਹੈ। ਔਰ ਕਈ ਵਾਰ ਐਕਸਪਲੋਇਟ ਕਰਨ ਦੇ ਚੱਕਰ 'ਚ ਅਸੀਂ ਓਵਰ ਐਕਸਪਲੋਇਟ ਕਰਕੇ ਬਹਿ ਜਾਂਦੇ ਹਾਂ। ਫਿਰ ਇਹ ਇਨਵਾਇਰਮੈਂਟ ਦਾ ਇਸ਼ੂ ਖੜਾ ਹੋ ਜਾਂਦਾ ਹੈ ਕਿ ਇਨਵਾਇਰਮੈਂਟ ਨੂੰ ਬਚਾਉਣਾ ਕਿਵੇਂ, ਅਸੀਂ ਸਰਵਾਈਵ ਕਿਵੇਂ ਕਰਨਾ ਹੈ। ਸੋ ਸੇਮ ਅਫਰੀਕਾ ਦੇ ਉੱਤੇ ਵੀ, ਕਿਉਂਕਿ ਅਸੀਂ ਜਾਣਦੇ ਹਾਂ ਕਿ ਉੱਥੇ ਗਰੀਬੀ ਹੈ ਔਰ ਉੱਥੇ ਨੈਚੁਰਲ ਰਿਸੋਰਸਿਸ ਬੇਹੱਦ ਨੇ ਔਰ ਜੰਗਲ ਹੀ ਜੰਗਲ ਨੇ, ਅਤੇ ਕਿਉਂ ਨਾ ਉਸ ਦੇ ਉੱਤੇ ਵੀ ਨਜ਼ਰ ਰੱਖੀ ਜਾਵੇ, ਉਸ ਦੇ ਉੱਤੇ ਵੀ ਨਜ਼ਰ ਰੱਖ ਕੇ ਉਹਨੂੰ ਵੀ ਕਿੱਦਾਂ ਐਕਸਪਲੋਇਟ ਕੀਤਾ ਜਾਵੇ। ਔਰ ਫਿਰ ਤੋਂ ਨੈਚੁਰਲ ਰਿਸੋਰਸਿਸ, ਨੈਚੁਰਲ ਖਜ਼ਾਨੇ ਨੂੰ ਤੁਸੀਂ ਇਕਨੋਮਿਕਲੀ ਕਿਵੇਂ ਯੂਜ਼ ਕਰੋਗੇ, ਉਹਨੂੰ ਸੋਨੇ 'ਚ ਕਿਵੇਂ ਕਨਵਰਟ ਕਰੋਗੇ, ਦੈਟ ਇਜ਼ ਦਾ ਮੇਨ ਰੀਜ਼ਨ। ਔਰ ਇਹਦੇ ਉੱਤੇ ਇੱਕ ਬਹੁਤ ਖੂਬਸੂਰਤ ਫਿਲਮ ਵੀ ਆਈ ਸੀ, ਅਵਤਾਰ।
ਅਵਤਾਰ ਫਿਲਮ ਦੇ ਵਿੱਚ ਇਹੀ ਦਿਖਾਇਆ ਗਿਆ ਹੈ ਕਿ ਅਸੀਂ ਆਪਣੇ ਪਲੈਨਟ ਤੋਂ ਉਸ ਪਲੈਨਟ ਤੇ ਜਾਂਦੇ ਹਾਂ ਜਿੱਥੇ ਬਹੁਤ ਜ਼ਿਆਦਾ ਨੈਚੁਰਲ ਰਿਸੋਰਸਿਸ ਨੇ, ਔਰ ਉਸ ਪਲੈਨਟ ਨੂੰ ਅਸੀਂ ਬਿਲਕੁਲ ਤਬਾਹ ਕਰ ਦਿੰਦੇ ਹਾਂ ਨੈਚੁਰਲ ਰਿਸੋਰਸਿਸ ਲੈਣ ਵਾਸਤੇ, ਔਰ ਉਹਨਾਂ ਦਾ ਸਾਰਾ ਸਿਸਟਮ, ਸਾਰਾ ਨੈਚੁਰਲ এনवायरमेंट, ਇੱਥੋਂ ਤੱਕ ਕਿ ਉਹਨਾਂ ਦੀਆਂ ਜਿਹੜੀਆਂ ਪੁਰਾਣੀਆਂ ਆਬਾਦੀਆਂ ਨੇ ਉਹ ਵੀ ਖਤਮ ਕਰ ਦਿੰਦੇ ਆ। ਉਹ ਲੋਕ ਬਿਲਕੁਲ ਬੇਘਰ ਹੋ ਜਾਂਦੇ ਨੇ, ਤਬਾਹ ਹੋ ਜਾਂਦੇ ਨੇ। ਅਸੀਂ ਉਹ ਫਿਲਮ ਦੇਖੀ ਹੈ ਔਰ ਬਹੁਤ ਵਧੀਆ ਫਿਲਮ, ਉਹਦਾ ਬਹੁਤ ਵਧੀਆ ਮੈਸੇਜ ਗਿਆ ਹੈ ਕਿ ਤਰੱਕੀ ਜ਼ਰੂਰ ਕਰੋ ਪਰ ਕੁਦਰਤ ਨੂੰ ਨੁਕਸਾਨ ਪਹੁੰਚਾ ਕੇ ਨਹੀਂ, ਕੁਦਰਤ ਨੂੰ ਤਬਾਹ ਕਰਕੇ ਨਹੀਂ, ਕਿਉਂਕਿ ਜੇ ਕੁਦਰਤ ਤਬਾਹ ਹੋ ਗਈ ਤਾਂ ਤਰੱਕੀ ਕਿਤੇ ਵੀ ਨਹੀਂ ਰਹੇਗੀ। तो आई थिंक अगर G20 ਦਾ ਆਪਾਂ ਕਰਕਸ ਕੱਢੀਏ, ਮੰਥਨ ਕੱਢੀਏ ਤਾਂ ਸ਼ਾਇਦ ਇਹੀ ਨਿਕਲੇਗਾ ਕਿ ਸੇਵ ਦ ਪਲੈਨਟ, ਸੇਵ ਦ এনवायरमेंट। ਜੇ ਤੁਸੀਂ ਨੇਚਰ ਨੂੰ ਬਚਾਓਗੇ ਤਾਂ ਹੀ ਤੁਸੀਂ ਖੁਦ ਬਚ ਸਕਦੇ ਹੋ। ਸੋ ਥੈਂਕ ਯੂ ਸੋ ਮਚ ਫॉर ਦਿਸ ਵੰਡਰਫੁਲ ਟਾਕ। ਔਰ ਮੈਂ ਆਪਣੇ ਦਰਸ਼ਕਾਂ ਨੂੰ ਇਹ ਜ਼ਰੂਰ ਗੁਜ਼ਾਰਿਸ਼ ਕਰਾਂਗਾ ਕਿ ਆਪਣੇ ਬਣਦੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।